ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਲੂ ਚਾਊ ਬੰਮੀਆਂ ਗੋਇੰਦ ਘੇਈ ਆਨ ਮੂਲਾ ਹੇਮ ਕਪਾਹੀਆ ਧਾਰੋ ਸੂਰ ਮਹਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਲੜੀਵਾਰ ਰੂਪ ਦੇ ਵਿੱਚ ਪਿਛਲੇ ਦਿਨਾਂ 'ਚ ਆਪ ਜੀ ਨੇ ਉਚਾਰਿਆ। ਜਿਵੇਂ ਵੱਖ-ਵੱਖ ਥਾਵਾਂ ਪ੍ਰਥਾਵਾਂ ਤੋਂ ਗੁਰਸਿੱਖ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਗਰੀਬ ਨਿਵਾਜ ਜੀ ਨੂੰ ਬੇਨਤੀਆਂ ਕਰਦੇ ਨੇ, ਆਪਣੇ ਸਵਾਲ ਅੱਗੇ ਰੱਖਦੇ ਹਨ। ਸਤਿਗੁਰੂ ਉਹਨਾਂ ਦੇ ਜਵਾਬ ਬਚਨ ਰੂਪ ਦੇ ਵਿੱਚ ਫਰਮਾ ਕੇ ਸੋ ਸਤਿਗੁਰੂ ਵਾਹੋ ਵਾਹੋ ਜਿਨ ਭਰਮ ਗੜ੍ਹ ਤੋੜਿਆ। ਭਰਮ ਦੇ ਗੜ੍ਹ ਕਿਲੇ ਤੋੜ ਕੇ ਉਹਨਾਂ ਗੁਰਸਿੱਖਾਂ ਨੂੰ ਬ੍ਰਹਮ ਗਿਆਨੀ ਉੱਚ ਆਤਮਿਕ ਅਵਸਥਾ ਦੀ ਪ੍ਰਾਪਤੀ ਕਰਾਉਂਦੇ ਨੇ। ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ। ਕੁਝ ਗੁਰਸਿੱਖਾਂ ਨੇ ਆਣ ਕੇ ਮਹਾਰਾਜ ਜੀ ਨੂੰ ਸਵਾਲ ਕੀਤਾ, ਹੈ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਅਨੇਕਾਂ ਹੀ ਨਾਮ ਨੇ, ਪਰ ਗੁਰਮਤਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰੇ ਵਾਹਿਗੁਰੂ ਨਾਮ ਦੀ ਹੀ ਕਿਉਂ ਮਹਿਮਾ ਹੈ, ਜਾਂ ਕਿਹੜਾ ਨਾਮ ਜਪਣਾ ਚਾਹੀਦਾ ਹੈ। ਉਸ ਵੇਲੇ ਮਹਾਰਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਮੁਸਕਰਾ ਕੇ ਫਰਮਾਇਆ। ਮਹਾਰਾਜ ਕਹਿਣ ਲੱਗੇ, ਭਲਿਓ ਭਾਈ ਫਿਰਨਾ ਜੀ ਸਾਹਿਬ, ਭਾਈ ਜੇਠਾ ਜੀ ਸਾਹਿਬ ਆਦਿ ਗੁਰਸਿੱਖ ਸਨ, ਅਤੇ ਇਹਨਾਂ ਦੇ ਸਵਾਲ 'ਤੇ ਸਤਿਗੁਰਾਂ ਨੇ ਫਰਮਾਇਆ। ਮਹਾਰਾਜ ਕਹਿੰਦੇ ਜਿਵੇਂ ਇੱਕ ਤੱਟ ਦੇ ਉੱਪਰ ਘਾਟ ਦੇ ਉੱਪਰ ਅਨੇਕਾਂ ਹੀ ਬੇੜੀਆਂ ਹੁੰਦੀਆਂ ਨੇ, ਕਿਹੜੀ ਮਰਜ਼ੀ ਬੇੜੀ 'ਤੇ ਚੜ੍ਹ ਜਾਓ ਅਤੇ ਉਹੋ ਹੀ ਬੇੜੀ ਸਾਨੂੰ ਪਾਰ ਲੰਘਾਉਂਦੀ ਹੈ। ਸੋ ਕੋਈ ਸ਼ੰਕਾ ਨਹੀਂ ਹੈ। ਜੋ ਅਨੇਕਾਂ ਪ੍ਰਕਾਰ ਦੇ ਪਰਮੇਸ਼ਰ ਦੇ ਸਾਧ ਸੰਗਤ ਜੀ ਨਾਮ ਹਨ, ਮਨ ਕਿਆ ਕੁਰਬਾਹੋਂ ਬਲਿਹਾਰੈ ਜਾਉ ਜੇਤੇ ਤੇਰੇ ਨਾਮ ਹੈ। ਜਿੰਨੇ ਵੀ ਤੇਰੇ ਨਾਮ ਨੇ ਅਸੰਖ ਨਾਵ ਅਸੰਖ ਥਾਵ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ ਕਹਿਣ ਨਾ ਜਾਹੀ, ਤੇਰੇ ਗੁਣ ਗਿਤ ਕੀਤੇ ਅਨੰਤ ਉਹਦੇ ਨਾਮ ਹਨ। ਤੋ ਸਾਰੇ ਨਾਮਾਂ ਤੋਂ ਮਹਾਰਾਜ ਬਲਿਹਾਰ ਗਏ ਨੇ, ਸਦਕੇ ਕਹੇ ਨੇ, ਔਰ ਸਾਰੇ ਨਾਮਾਂ ਦਾ ਜ਼ਿਕਰ ਰਾਮ ਰਹੀਮ ਖੁਦਾਇਆ ਗੁਸਈਆਂ ਅਨੰਤ ਨਾਮ ਗੋਪਾਲ ਗੋਬਿੰਦ ਮਾਧੋ ਦਾਮੋਦਰ ਇਤਿਆਦਿਕ। ਮਹਾਰਾਜ ਕਹਿੰਦੇ ਸਾਰੇ ਪਰਮੇਸ਼ਰ ਦੇ ਨਾਮ ਨੇ, ਪਰ ਗੁਰਮੰਤਰ ਦੀ ਧਰਮ ਦੀ ਦੁਨੀਆ ਵਿੱਚ ਬਹੁਤ ਵੱਡੀ ਮਹਿਮਾ ਮਹੱਤਤਾ ਹੈ। ਇਸ ਕਰਕੇ ਮੇਰਾ ਸਿੱਖ ਜਿਹੜਾ ਹੈ
ਸਿਮਰਹੁ ਵਾਹਿਗੁਰੂ ਦੁਖ ਹਾਨਾ। ਸੁਣ ਸ੍ਰੀ ਮੁਖ ਤੇ ਬਚਨ ਬਖਾਨਾ। ਸਿਮਰਹੁ ਵਾਹਿਗੁਰੂ ਦੁਖ ਹਾਨਾ, ਕਿ ਦੁੱਖਾਂ ਨੂੰ ਨਾਸ਼ ਕਰਨ ਵਾਲਾ ਵਾਹਿਗੁਰੂ ਮੰਤਰ ਜਿਹੜਾ ਹੈ ਨਾ, ਇਹਦਾ ਹੀ ਗੁਰੂ ਕਾ ਸਿੱਖ ਜਾਪ ਕਰੇ, ਭਾਵੇਂ ਸਾਰੇ ਰੱਬ ਦੇ ਨਾਮ ਹਨ। ਸਾਧ ਸੰਗਤ ਜੀ, ਸੋ ਮਹਾਰਾਜ ਦਸਵੇਂ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਰਹਿਤਨਾਮਿਆਂ ਵਿੱਚ, ਵਾਹਿਗੁਰੂ ਮੰਤਰ ਤਿਆਗ ਕੇ ਕਰੇ ਔਰ ਜੇ ਜਾਪ, ਸੋ ਸਾਖਤ ਸਿੱਖ ਮੂਲ ਨਹਿ ਬਚਨ ਸ੍ਰੀ ਮੁਖ ਵਾਕ। ਕਿ ਵਾਹਿਗੁਰੂ ਮੰਤਰ ਨੂੰ ਤਿਆਗ ਕੇ ਜੋ ਹੋਰ ਕਿਸੇ ਮੰਤਰ ਆਦਿਕ ਦਾ ਜਾਪ ਕਰਦਾ ਹੈ, ਮਹਾਰਾਜ ਕਹਿੰਦੇ ਉਹ ਸਾਖਤ ਹੈ। ਸਾਖਤ ਇੱਕ ਮਤ ਹੈ, ਇੱਕ ਸੰਪਰਦਾਇ ਹੈ, ਇੱਕ ਪੰਥ ਹੈ, ਇੱਕ ਧਰਮ ਹੈ ਕਹਿ ਲਵੋ। ਸ਼ਕਤੀ ਦੇ ਉਪਾਸ਼ਕ ਨੇ ਲੋਕ ਇਹ, ਕਹਿੰਦੇ ਉਹ ਸਾਖਤ ਤੇ ਜ਼ਰੂਰ ਹੋ ਸਕਦੇ, ਅੰਨੇ ਮਤ ਦੇ ਲੋਕ ਤੇ ਜ਼ਰੂਰ ਹੋ ਸਕਦੇ ਨੇ, ਪਰ ਸਿੱਖ ਨਹੀਂ ਹਨ। ਕਿਉਂਕਿ ਸਿੱਖ ਧਰਮ ਵਿੱਚ ਵਾਹਿਗੁਰੂ ਗੁਰਮੰਤਰ ਹੈ। ਵਾਹਿਗੁਰੂ ਗੁਰਮੰਤਰ ਜਿਹੜਾ ਹੈ ਸਾਧ ਸੰਗਤ ਜੀ, ਇਹ ਸਰਵ ਸ੍ਰੇਸ਼ਟ ਹੈ। ਗੁਰੂ ਕੇ ਸਿੱਖ ਨੂੰ ਇਹਦਾ ਜਾਪ ਕਰਨਾ ਚਾਹੀਦਾ। ਫਿਰ ਮਹਾਰਾਜ ਨੇ ਅੱਗੇ ਬਚਨ ਫਰਮਾਏ, ਸੋ ਜੁਗ 36 ਕੀਓ ਗੁਬਾਰ ਹੈ। ਕੱਲ ਦੀ ਕਥਾ ਵਿੱਚ ਸੁਣਿਆ ਕਿ 36 ਯੁੱਗ ਗੁਬਾਰ ਸੀ, ਧੁੰਦਕਾਰ ਸੀ। ਤਾੜੀ ਲਾਈ ਸਿਰਜਣਹਾਰੇ, ਸਿਰਜਣਹਾਰ ਨੇ ਤਾੜੀ ਕਹੀਏ ਸਮਾਧੀ ਲਗਾਈ, ਚੌਂਕੜਾ ਮਾਰਿਆ। ਉਦੋਂ ਕੁਛ ਵੀ ਨਹੀਂ ਸੀਗਾ, ਤੇ 36 ਯੁੱਗ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਆਪਣਾ ਨਾਮ ਵਾਹਿਗੁਰੂ ਜੀ ਨੇ ਆਪ ਜਪਿਆ। ਸਾਧ ਸੰਗਤ ਜੀ, 9 ਚੌਕਾ 36, 9 ਯੁੱਗ ਇੱਕ ਇੱਕ ਅੱਖਰ ਦਾ ਜਾਪ ਪਰਮੇਸ਼ਰ ਨੇ ਕਰਿਆ। ਪਹਿਲਾਂ ਜਿਤਨੇ ਵੀ ਅਵਤਾਰ ਹੋਏ ਨੇ ਸਾਧ ਸੰਗਤ ਜੀ, ਸਾਰਿਆਂ ਨੂੰ ਇੱਕ ਇੱਕ ਅੱਖਰ ਦੀ ਸੋਝੀ ਹੋਈ। ਇਸੇ ਕਰਕੇ ਕੋਈ ਵਾਸਦੇਵ ਜਪਦੇ ਰਹੇ, ਕੋਈ ਹਰੀ ਜਪਦੇ ਰਹੇ, ਕੋਈ ਗੋਬਿੰਦ ਗੋਪਾਲ ਆਦਿਕ ਜਪਦੇ ਰਹੇ, ਕੋਈ ਰਾਮ ਆਦਿਕ ਜਪਦੇ ਰਹੇ। ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ, ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ। ਜਿਸ ਗੁਰੂ ਮਹਾਰਾਜ ਨੇ ਗੁਪਤਾ ਨਾਮ ਜਿਹੜਾ ਸੀਗਾ ਸਾਧ ਸੰਗਤ ਜੀ ਨੂੰ ਪ੍ਰਗਟ ਕੀਤਾ, ਇਹ ਪਰਮੇਸ਼ਰ ਦਾ ਸਾਧ ਸੰਗਤ ਦੀ ਜਾਪ ਹੈ। ਇਹ ਮਹਾਰਾਜ ਜੀ ਨੇ ਆਪ ਇਸ ਮੰਤਰ ਨੂੰ ਜਪਿਆ, ਤੇ ਗਰੀਬ ਨਿਵਾਜ ਮਹਾਰਾਜ ਜੀ ਨੇ ਸਾਨੂੰ ਜਪਣ ਦਾ ਵੀ ਉਪਦੇਸ਼ ਖਾਸ ਰੂਪ ਦੇ ਵਿੱਚ ਸਾਧ ਸੰਗਤ ਜੀ ਫਰਮਾਇਆ। ਗੁਰੂ ਕੇ ਪੰਥ ਦੀ ਜਦੋਂ ਸਿਰਜਣਾ ਹੋਈ, ਉਸ ਵੇਲੇ ਭੰਗਾਣੀ ਦੇ ਯੁੱਧ ਵਿੱਚ ਜਿੱਤ ਹੋਈ, ਤੇ ਮਹਾਰਾਜ ਜੀ ਨੂੰ ਸਿੱਖ ਕਹਿਣ ਲੱਗੇ, ਮਹਾਰਾਜ ਤੁਹਾਡਾ ਖਾਲਸਾ ਹੈ ਤੇ ਖਾਲਸੇ ਦੀ ਫਤਿਹ ਹੋਈ ਹੈ। ਮਹਾਰਾਜ ਕਹਿੰਦੇ ਮੇਰਾ ਨਹੀਂ, ਇਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਹੈ, ਪਰਮੇਸ਼ਰ ਦਾ ਖਾਲਸਾ ਹੈ, ਮੇਰਾ ਨਹੀਂ। ਤੇ ਇਹੋ ਕਿਹਾ, ਮੈਂ ਤੁਹਾਨੂੰ ਵਾਹਿਗੁਰੂ ਜੀ ਦੀ ਗੋਦ ਪਾਇਆ, ਜਦੋਂ ਮਾਣ ਨੇ ਹਜ਼ੂਰ ਸਾਹਿਬ ਜੀ ਦੀ ਧਰਤੀ ਤੇ ਬਚਨ ਕਹੇ ਨੇ। ਇਸ ਕਰਕੇ ਸਾਧ ਸੰਗਤ ਜੀ, ਵਾਹਿਗੁਰੂ ਮੰਤਰ ਦੀ ਗੁਰੂ ਮਹਾਰਾਜ ਦੇ ਘਰੇ ਬਹੁਤ ਵੱਡੀ ਮਹਿਮਾ। ਗੁਰੂ ਦਸਵੇਂ ਪਾਤਸ਼ਾਹ ਮਾਣ ਨੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸੋ ਵਾਹਿਗੁਰੂ ਜੀ ਦੇ ਮੰਤਰ ਦੀ ਬਹੁਤ ਵੱਡੀ ਮਹਿਮਾ ਦਰਸਾਈ। ਸਾਹ ਮੰਤਰ ਪ੍ਰਭ ਖਾਲਸੇ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਸਰਬਲੋ ਮਹਾਰਾਜ ਦੇ ਵਿੱਚ ਭਜਨ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਕਹੇ ਨੇ। ਐਡਾ ਵੱਡਾ ਮੰਤਰ ਵਾਹਿਗੁਰੂ ਮੰਤਰ ਹੈ। ਗੁਰੂ ਕੇ ਸਿੱਖ ਨੂੰ ਸਾਧ ਸੰਗਤ ਜੀ ਇਹਦਾ ਜਾਪ ਕਰਨਾ ਚਾਹੀਦਾ। ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਏ ਨੇ, ਜਿਨ੍ਹਾਂ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਿਆ, ਬੜੇ ਗੁਰਮੁਖ, ਉਹਨਾਂ ਦਾ ਇੱਕ ਬਚਨ ਪੜ੍ਹਿਆ ਸੀ, ਪੋਥੀ ਦਾ ਨਾਮ ਭੁੱਲ ਗਿਆ, ਤੇ ਉਹਦੇ ਵਿੱਚ ਉਹਨਾਂ ਲਿਖਿਆ ਵੀ ਜਦੋਂ ਅਸੀਂ ਕਦਮਾਂ ਦੇ ਨਾਲ ਕਦਮ ਵੀ ਮਿਲਾਈਏ, ਤੁਰਦੇ ਵੀ ਆ, ਤੇ ਉਦੋਂ ਵੀ ਸਾਨੂੰ ਵਾਹਿਗੁਰੂ ਦੀ ਧੁਨ ਉਹਦੇ ਵਿੱਚੋਂ ਮਹਿਸੂਸ ਕਰਨੀ ਚਾਹੀਦੀ ਹੈ, ਕਦਮਾਂ ਦੀ ਆਵਾਜ਼ ਵਿੱਚੋਂ। ਔਰ ਇਸੇ ਪ੍ਰਕਾਰ ਹੋਰ ਵੀ ਉਹਨਾਂ ਨੇ ਬਚਨ ਕਹੇ ਨੇ ਕਿ ਜਿਵੇਂ ਖੂਹ ਆਦਿਕ ਦੀਆਂ ਹਰ ਟਿੰਡਾਂ ਚੱਲਦੀਆਂ ਨੇ, ਉਹਦੇ ਵਿੱਚੋਂ ਵੀ ਵਾਹਿਗੁਰੂ ਐਸਾ ਮੰਤਰ ਹੈ। ਜਿਨ੍ਹਾਂ ਨੇ ਕਦੀ ਬਾਏ ਰੇਲ ਸਫ਼ਰ ਕੀਤਾ, ਉਹ ਰੇਲ ਦੀ ਪਟੜੀ ਵਿੱਚੋਂ ਵੀ, ਜਿਹੜੇ ਸੰਗਤ ਵਿੱਚ ਜਗਿਆਸੂ ਬੈਠੇ, ਰੇਲ ਦੀ ਪਟੜੀ ਦੀ ਆਵਾਜ਼ ਵਿੱਚੋਂ ਵੀ ਵਾਹਿਗੁਰੂ ਮੰਤਰ, ਪੱਖੇ ਦੀ ਆਵਾਜ਼ ਵਿੱਚੋਂ ਵੀ ਤੁਸੀਂ ਸੁਣ ਸਕਦੇ ਆ। ਘੜੀ ਚੱਲਦੀ ਹੋਵੇ, ਅਕਲੌਕ ਜਾਂ ਟਾਈਮ ਪੀਸ ਜਾਂ ਚੱਲਦਾ ਹੋਵੇ, ਉਹ ਸੈਕਿੰਡ ਦੀ ਸੂਈ ਦੀ ਆਵਾਜ਼ ਵਿੱਚੋਂ ਵੀ ਸੁਣ ਸਕਦੇ ਆ। ਸਾਧ ਸੰਗਤ ਜੀ, ਇਹ ਇੰਨਾ ਵਿਆਪਕ ਮੰਤਰ ਹੈ, ਔਰ ਇਸ ਮੰਤਰ ਨੂੰ ਸਵਾਸਾਂ ਨਾਲ ਵੀ ਜਪ ਸਕਦੇ ਆ। ਔਰ ਐਡਾ ਵੱਡਾ ਮੰਤਰ ਹੈ, ਸਾਧ ਸੰਗਤ ਜੀ ਨੂੰ ਜਪਦਿਆਂ ਕੋਈ ਛਿਨ ਨਹੀਂ ਲੱਗਦਾ। ਜੇ ਗੁਪਤ ਜਪਣਾ ਚਾਹੋ ਤਾਂ ਬੁੱਲ ਵੀ ਨਹੀਂ ਫਰਫਰਾਉਂਦੇ, ਇਹ ਵੀ ਨਹੀਂ ਪਤਾ ਲੱਗਦਾ ਕਿ ਜਪਿਆ ਕਿ ਨਹੀਂ ਜਪਿਆ। ਸਾਧ ਸੰਗਤ ਜੀ, ਕਈ ਗੁਰਸਿੱਖ ਪ੍ਰਸ਼ਾਦ ਪਾਣੀ ਛਕਦੇ ਉਦੋਂ ਵੀ ਬਚਨ ਨਹੀਂ ਕਰਦੇ, ਤੋ ਹਿਰਦੇ ਨਾਲ ਨਾਲੇ ਵਾਹਿਗੁਰੂ 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 ਜਪਦੇ ਜਾਣਾ। ਜੈਸਾ ਵੀ ਜਪ ਹੋਵੇ, ਨਾਲ ਪ੍ਰਸ਼ਾਦ ਪਾਣੀ ਛਕਦੇ ਜਾਣਾ। ਉੱਠਣਾ ਤਾਂ ਵੀ ਵਾਹਿਗੁਰੂ, ਬੈਠਣਾ ਤਾਂ ਵੀ ਵਾਹਿਗੁਰੂ, ਵਾਹਿਗੁਰੂ ਨਾ ਕਰੇ ਜੇ ਕਿਤੇ ਠੇਡਾ ਲੱਗ ਜਾਵੇ ਤਾਂ ਵੀ ਵਾਹਿਗੁਰੂ ਸ਼ਬਦ। ਹੋਰ ਤਾਂ ਹੋਰ ਕਈ ਪਰਿਵਾਰਾਂ ਵਿੱਚ
ਗੁਰੂ ਘਰਾਂ ਵਿੱਚ ਤੇ ਹੈ, ਪਰਿਵਾਰਾਂ ਵਿੱਚ ਵੀ ਕਈ ਐਸੇ ਸਰੀਰ ਦੇਖੇ, ਮੋਬਾਈਲ ਵੀ ਚੁੱਕਣਾ ਤੇ ਹੈਲੋ ਦੀ ਬਜਾਏ ਵਾਹਿਗੁਰੂ ਕਹਿ ਦੇਣਾ। ਸੋ ਕਿਸੇ ਸੁਣਨ ਵਾਲੇ ਦਾ ਹੀ ਭਲਾ ਹੋਵੇਗਾ। ਫਤਿਹ ਗਜਾਉਣੀ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਮੰਤਰ ਗੁਰੂ ਕਾ ਸਿੱਖ ਜਪੇ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕੱਲ ਦੀ ਕਥਾ ਵਿੱਚ ਕਿਹਾ ਸਾਰੇ ਪਰਮੇਸ਼ਰ ਦੇ ਮੰਤਰ ਨੇ, ਪਰ ਵਾਹਿਗੁਰੂ ਮੰਤਰ ਜਿਹੜਾ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਬਖਸ਼ਿਆ ਹੋਇਆ। ਗੁਰੂ ਕਾ ਸਿੱਖ ਵੱਧ ਤੋਂ ਵੱਧ ਇਹਦਾ ਜਾਪ ਕਰੇ ਸਾਧ ਸੰਗਤ ਜੀ, ਮਾਲਾ ਆਦਿਕ ਦੇ ਨਾਲ ਜਿੰਨਾ ਕੁ ਬਣ ਆਵੇ ਉਹਨਾਂ ਕੁ ਕਰੇ। ਫਿਰ ਹੋਰ ਕੁਝ ਸਿੱਖ ਆਏ, ਭਾਈ ਗੋਪੀ ਜੀ, ਭਾਈ ਤੁਲਸੀਆ ਭਾਰਦਵਾਜ, ਭਾਈ ਗੋਬਿੰਦ ਘਈ ਜੀ ਆਦਿਕ, ਇਹਨਾਂ ਨੇ ਆਣ ਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਭਗਤ ਨਾਮਦੇਵ ਜੀ ਸਾਹਿਬ ਜੀ ਆਪਣੀ ਬਾਣੀ ਵਿੱਚ ਗੋਂਡ ਰਾਗ ਦੇ ਵਿੱਚ ਇੱਕ ਜਗ੍ਹਾ ਤੇ ਰਾਮਚੰਦਰ ਦਾ ਸੋ ਉਹਨਾਂ ਨੂੰ ਨੀਵਾਂ ਦਿਖਾਉਂਦੇ ਨੇ। ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ, ਰਾਵਣ ਸਿੱਧੀ ਸਰਵਰ ਹੋਈ ਘਰ ਕੀ ਜੋਏ ਗਵਾਈ ਥੀ। ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜਾ ਦੇਹਰਾਤ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੇ ਦੇਵਰਾ ਨਾਮ ਮਸੀਤ। ਤੇ ਕਈ ਜਗ੍ਹਾ ਤੇ ਦਸ਼ਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ, ਪ੍ਰਣਵੈ ਨਾਮਾ ਤਤਰਾ ਸਮਰਤ ਪੀਜੈ, ਇਹ ਵੀ ਬਚਨ ਕਹੇ ਨੇ। ਇਹ ਫਿਰ ਆਪਾ ਵਿਰੋਧੀ ਗੱਲਾਂ ਨਾ ਹੋਈਆਂ। ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਬਚਨ ਫਰਮਾਏ, ਨਹੀਂ ਭਾਈ ਐਸਾ ਨਹੀਂ ਹੈ। ਸੋ ਜਿੱਥੇ ਸੋ ਲੋਕ ਜੋ ਹਨ, ਭਗਤ ਨਾਮਦੇਵ ਜੀ ਸਾਹਿਬ ਜੀ ਨੇ ਕਿਹਾ ਦਸ਼ਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ, ਵੀ ਲੋਕ ਦਸ਼ਰਥ ਦੇ ਪੁੱਤਰ ਨੂੰ ਰਾਮ ਕਹਿੰਦੇ ਨੇ, ਰਾਮਚੰਦਰ ਨੂੰ। ਤੇ ਮੇਰਾ ਰਾਮ ਜਿਹੜਾ ਹੈ ਰਾਮ ਰਮੰਤਾ ਜਾਣੀਏ ਕਮਾਈ ਭੋਗ ਕਰੇ, ਤਾਂ ਕਿ ਲੱਛਣ ਜਾਣੀਏ ਖਿਮਾ ਧਨ ਸੰਗਰੇ। ਸੋ ਰਵੰਤੀ ਰਾਮਾ ਹੈ ਜੋ ਰਮਿਆ ਹੋਇਆ, ਨਾਨਕ ਨਿਰਭਉ ਨਿਰੰਕਾਰ ਫੁਰ ਕੇਤੇ ਰਾਮ ਰਵਾਲ। ਤੇ ਮਾਨ ਨੇ ਫਿਰ ਨਿਰਗੁਣ ਸਰਗੁਣ ਦੀ ਉਪਾਸਨਾ ਦਾ ਵੀ ਜ਼ਿਕਰ ਕੀਤਾ ਕਿ ਕੁਝ ਜਿਹੜੇ ਲੋਕ ਨੇ ਜਿਹੜੇ ਸਰਗੁਣ ਦੀ ਉਪਾਸਨਾ ਕਰਦੇ, ਭਗਤ ਲੋਕ ਸੰਤ ਲੋਕ, ਉਹਨਾਂ ਦੀ ਨਿੰਦਿਆ ਕਰਦੇ, ਅਵਤਾਰਾਂ ਪੈਗੰਬਰਾਂ ਦੀ ਵੀ ਨਿੰਦਿਆ ਕਰਦੇ ਨੇ। ਤੋ ਉਹਨਾਂ ਨੂੰ ਸਮਝਾਉਣ ਵਾਸਤੇ ਬਚਨ ਕਹੇ ਨੇ। ਤੇ ਕੁਝ ਲੋਕ ਸਿਰਫ ਅਵਤਾਰਾਂ ਨੂੰ ਹੀ ਭਗਵਾਨ ਮੰਨੀ ਜਾਂਦੇ, ਜੁਗਿਆ ਜੁਗਿਆ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ, ਤਾਂ ਕਿ ਅੰਤ ਨਾ ਜਾਹੀ ਲਖਣੇ ਕਿਆ ਕਰ ਆਖ ਵਖਾਣੀ। ਤੇ ਮਹਾਰਾਜ ਕਹਿੰਦੇ ਉਹ ਭਗਤ ਨਾਮਦੇਵ ਜੀ ਸਾਹਿਬ ਜੀ ਨੇ ਸੰਤੁਲਨ ਬਣਾਇਆ ਹੋਇਆ ਕਿ ਨਿੰਦਿਆ ਵੀ ਯੋਗ ਨਹੀਂ ਇਹਨਾਂ ਅਵਤਾਰਾਂ ਦੀ ਕਰਨੀ, ਲੇਕਿਨ ਰੱਬ ਵੀ ਨਹੀਂ ਮੰਨ ਲੈਣਾ। ਇਹ ਰੱਬ ਦੇ ਭੇਜੇ ਹੋਏ ਅਵਤਾਰ ਜ਼ਰੂਰ ਹਨ। ਤਾਂ ਇੱਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤਾਂ ਇੱਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਵੱਡੇ ਵੱਡੇ ਮੁਨਜੇਵ ਤੇ ਕਈ ਯੁੱਗ ਤਿਨੀ ਤੰਤ ਆਇਆ, ਤਿਨੀ ਤੇਰਾ ਅੰਤ ਨਾ ਪਾਇਆ। ਦਸਵੇਂ ਪਾਤਸ਼ਾਹ ਨੇ ਚੰਡੀ ਦੀ ਵਾਰ ਵਿੱਚ ਬਚਨ ਕਹੇ ਨੇ। ਤੋ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਦੀ ਕਥਾ ਕੱਲ ਦੇ ਦੀਵਾਨਾਂ ਵਿੱਚ ਆਈ। ਅੱਗੇ ਜਿਵੇਂ ਕੁਝ ਗੁਰਸਿੱਖ ਗਰੀਬ ਨਵਾਜ ਮਹਾਰਾਜ ਨੂੰ ਆਣ ਕੇ ਸਵਾਲ ਕਰਦੇ ਨੇ, ਮਹਾਰਾਜ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ, ਗੁਰਸਿੱਖਾਂ ਨੂੰ ਨਿਹਾਲ ਕਰਦੇ ਨੇ। ਬੜੀ ਪਿਆਰੀ ਗਰੀਬ ਨਵਾਜ ਮਹਾਰਾਜ ਦੀ ਕਥਾ ਆ ਰਹੀ। ਆਓ ਜਿਤਨੇ ਵੀ ਸਰੀਰ ਮਾਈ ਭਾਈ ਬਿਰਧ ਬਾਲਕ ਗਰੀਬ ਨਵਾਜ ਮਹਾਰਾਜ ਜੀ ਦੀ ਪਵਿੱਤਰ ਗੋਦ ਮੋ ਸੋਭਾਏਮਾਨ ਹੋ ਕਰ ਸਤਿਗੁਰਾਂ ਦੇ ਚਰਨਾਂ ਦਾ ਲਾਹਾ ਲੈ ਰਹੇ ਹੋ। ਮਹਾਰਾਜ ਦੀ ਅੰਮ੍ਰਿਤ ਸਰੂਪ ਇਤਿਹਾਸ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ। ਔਰ ਇਸ ਸਮੇਂ ਦੇਸ਼ ਵਿਦੇਸ਼ ਪ੍ਰਦੇਸ਼ਾਂ ਵਿੱਚ ਦੇਵਤਿਆਂ ਵਾਂਗੂ ਚੌਂਕੜੇ ਮਾਰ ਕੇ ਸਮਾਧੀਆਂ ਲਗਾ ਕੇ ਪਰਿਵਾਰਾਂ ਸਹਿਤ ਮੀਡੀਆ ਦੇ ਜ਼ਰੀਏ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਰਵਨ ਦਰਸ਼ਨ ਔਰ ਚਿੱਤਰ ਦਰਸ਼ਨ ਸੋ ਸਾਧ ਸੰਗਤ ਜੀ ਮਹਾਰਾਜ ਦਾ ਪਾ ਰਹੇ ਹੋ। ਘਰਾਂ ਵਿੱਚ ਬੈਠੇ ਹੋਏ ਸਾਰੇ ਹੀ ਆਪਾਂ ਗਰੀਬ ਨਿਵਾਜ ਮਹਾਰਾਜ ਜੀ ਦੀ ਧੀਆਂ ਪੁੱਤਰ ਗੁਰੂ ਦਸਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੀਏ। ਇਕਾਗਰਤਾ ਸਹਿਤ ਮਹਾਰਾਜ ਦੀ ਵਿਚਾਰ ਕਥਾ ਸਰਵਣ ਕਰੀਏ। ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਕਾਲੂ ਚਾਊ ਬੰਮੀਆ ਗੋਇੰਦ ਘੇਈ ਆਨ। ਸੋ ਸਾਧ ਸੰਗਤ ਜੀ ਅੱਜ ਦੀ ਇਸ ਕਥਾ ਵਿੱਚ ਮਹਾਰਾਜ ਦੇ ਪਾਸ 18 ਸਿੱਖ ਆਏ ਨੇ, ਜਿਨ੍ਹਾਂ ਵਿੱਚੋਂ 16 ਸੁਲਤਾਨਪੁਰ ਦੇ ਲੈਣ ਵਾਲੇ, ਜਿਹਨੂੰ ਸੁਲਤਾਨਪੁਰ ਲੋਧੀ ਆਪਾਂ ਕਹਿੰਦੇ ਆ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਦਾ ਘਰ, ਸਤਿਗੁਰਾਂ ਦੀ ਰਿਹਾਇਸ਼ ਗਾਹ, ਗਰੀਬ ਨਿਵਾਜ ਮਹਾਰਾਜ ਜੀ ਦਾ ਵਰੋਸਾਇਆ ਹੋਇਆ ਪਵਿੱਤਰ ਨਗਰ ਸੁਲਤਾਨਪੁਰ ਸਾਹਿਬ, ਜਿੱਥੇ ਸਾਰੇ ਪੰਥ ਨੇ ਸਤਿਗੁਰਾਂ ਦਾ 550 ਸਾਲਾ ਮਨਾਇਆ। ਉੱਥੋਂ ਇਹ ਸਿੱਖ ਸਾਧ ਸੰਗਤ ਜੀ 16 ਸਿੱਖ ਮਹਾਰਾਜ ਦੇ ਪਾਸ ਆਏ ਨੇ।
ਜਿਨ੍ਹਾਂ ਦੇ ਨਾਮ ਹਨ ਭਾਈ ਕਾਲੂ ਜੀ, ਭਾਈ ਚਾਊ ਜੀ, ਬੰਮੀਆਂ ਇਹਨਾਂ ਦਾ ਗੋਤ ਹੋਇਆ। ਔਰ ਇਸੇ ਪ੍ਰਕਾਰ ਭਾਈ ਗੋਬਿੰਦ ਜੀ ਘਈ ਇਹਨਾਂ ਦੀ ਗੋਤ ਹੈ। ਇਹ 3 ਸਿੱਖ ਹੋ ਗਏ। ਮੂਲਾ ਹੇਮ ਕਪਾਹੀਆ ਧਾਰੋ ਸੂਰ ਮਹਾਨ। ਭਾਈ ਮੂਲਾ ਭਾਈ ਹੇਮ ਜੀ ਕਪਾਹੀਆ ਇਹਨਾਂ ਦਾ ਗੋਤ ਹੈ, ਸਰਨੇਮ ਹੈ। ਔਰ ਇਸੇ ਪ੍ਰਕਾਰ ਭਾਈ ਧਾਰੋ ਸੂਦ, ਧਾਰੋ ਨਾਉ ਹੈ ਤੇ ਸੂਦ ਉਹਨਾਂ ਗੁਰਸਿੱਖਾਂ ਦੀ ਕਾਸਟ ਹੈ ਜੋ ਨਾਮ ਦੇ ਮਗਰ ਲਗਾਉਂਦੇ ਨੇ, ਆਪੋ ਆਪਣੀ ਕਿਰਤ ਵਿਰਤ ਇਤਿਆਦਿਕ ਪਿਤਾ ਪੁਰਖੀ ਕਰਕੇ ਇਹ ਗੁਰਸਿੱਖ ਹਨ। ਚੋਪਈ ਛੱਜੂ ਨਿਹਾਲੂ ਦੋਨੋਂ ਭਲੇ। ਭਾਈ ਛੱਜੂ ਜੀ ਸਾਹਿਬ, ਭਾਈ ਨਿਹਾਲੂ ਜੀ ਸਾਹਿਬ ਇਹ ਬਹੁਤ ਭਲੇ ਨੇਕ ਹਨ, ਜਾਂ ਭੱਲਾ ਪਰਿਵਾਰ ਵਿੱਚੋਂ ਵੀ ਹੋ ਸਕਦੇ। ਕੁਤੋ ਕੋਹਲੀ ਰਾਮੂ ਮਿਲੇ। ਇਹ ਭਾਈ ਰਾਮੂ ਜੀ ਸਾਹਿਬ ਜਿਨ੍ਹਾਂ ਦਾ ਕੋਲੀ ਗੋਤ ਹੈ। ਤੁਲਸਾ ਬੋਹਰਾ ਸਾਈ ਦਿੱਤਾ। ਭਾਈ ਸਾਈਂ ਦਿੱਤਾ ਜੀ ਸਾਹਿਬ, ਭਾਈ ਤੁਲਸਾ ਜੀ ਸਾਹਿਬ ਵੋਰਾ ਇਹਨਾਂ ਦਾ ਕਾਸਟ ਹੈ। ਆਕੁਲ ਅਰ ਦਾਮੋਦਰ ਮਿੱਤਾ। ਭਾਈ ਆਕੁਲ ਜੀ ਸਾਹਿਬ, ਭਾਈ ਦਾਮੋਦਰ ਜੀ, ਭਾਈ ਮਿੱਤਾ ਜੀ ਸਾਹਿਬ। ਵਗਹਿਮਲ ਅਰ ਆਵਲ ਪਾਨਾ। ਭਾਈ ਆਵਲ ਜੀ, ਭਾਈ ਭਾਨਾ ਜੀ, ਭਾਈ ਵਿਜੈਮਲ ਜੀ ਸਾਹਿਬ। ਬੁੱਧੂ ਛੀਵਾ ਆਏ ਸੁਜਾਨਾ। ਭਾਈ ਬੁੱਧੂ ਜੀ ਸਾਹਿਬ ਇਹ ਭਗਤ ਨਾਮਦੇਵ ਜੀ ਸਾਹਿਬ ਜੀ ਦੀ ਫੁਲਵਾੜੀ ਛੀਂਬਾ ਬਰਾਦਰੀ ਵਿੱਚੋਂ ਬਹੁਤ ਸੋਝੀ ਵਾਲੇ ਗੁਰਸਿੱਖ ਹਨ। ਭਿੱਖਾ ਟੋਡਾ ਜੁਗ ਭਟ ਆਹੇ। ਇਹ 16 ਹੋ ਗਏ ਸਾਧ ਸੰਗਤ ਜੀ ਇੱਥੋਂ ਤੱਕ। ਤੇ ਭਾਈ ਭਿੱਖਾ ਜੀ ਤੇ ਟੋਡਾ ਜੀ ਇਹ 2 ਭੱਟ ਨੇ ਭਿੱਖੇ ਕੇ, ਜਿਨ੍ਹਾਂ ਦਾ ਗੁਰ ਮਿਲਿਓ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦੀਓ। ਭੱਟ ਸਾਹਿਬਾਨਾਂ ਦੀ ਬਾਣੀ ਵਿੱਚ ਵੀ ਆਉਂਦਾ। ਤੇ ਭਾਈ ਟੋਡਾ ਜੀ ਇਹ ਵੀ ਬ੍ਰਾਹਮਣ ਨੇ, ਲੇਕਿਨ ਇਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਨਹੀਂ ਹਨ। ਇਹ ਵੀ ਭਾਟ ਵਿਦਵਾਨ ਬੁਲਾਰੇ ਕਵੀ ਲੋਕ ਜਿਹੜੇ ਹਨ, ਇਹਨਾਂ ਦੀ ਬਾਣੀ ਮਹਾਰਾਜ ਦੇ ਵਿੱਚ ਨਹੀਂ ਆਈ। ਤੋ ਭਾਈ ਭਿੱਖਾ ਜੀ ਸਾਹਿਬ ਜਿਹੜੇ ਹੋਏ ਨੇ ਸਾਧ ਸੰਗਤ ਜੀ 17 ਭੱਟਾਂ ਦੇ ਵਿੱਚੋਂ, ਜਿਨ੍ਹਾਂ ਦਾ ਜ਼ਿਕਰ ਪਿਛਲੇ ਦਿਨ ਵੀ ਕੀਤਾ ਸੀ। ਭਗਤ ਭਾਈ ਸੱਲ ਜੀ, ਟੱਲ ਜੀ, ਕੱਲ ਜੀ, ਕਲ ਸਹਾਰ ਜੀ, ਕੀਰਤ ਜੀ, ਔਰ ਇਸੇ ਪ੍ਰਕਾਰ ਔਰ ਹਰਬੰਸ ਜਗਤ ਜਾ ਸੰਚਰਿਓ, ਸਦਰੰਗ ਸਹਿਜ ਗੁਣ ਉਚਰੈ, ਸਦਰੰਗ ਜੀ ਆਦਿਕ। ਇਹ 17 ਭੱਟਾਂ ਦਾ ਜ਼ਿਕਰ ਪਿਛਲੇ ਦਿਨਾਂ ਵਿੱਚ ਗੁਰੂ ਕੀ ਸੰਗਤ ਨੇ ਸਰਵਣ ਕੀਤਾ। ਤੋ ਇਸ ਪ੍ਰਕਾਰ ਉਹਨਾਂ ਵਿੱਚੋਂ ਭਿੱਖਾ ਜੀ ਸਾਹਿਬ ਵੀ ਹੋਏ। ਇਹ 2 ਹਨ ਬੜੇ ਵਿਦਵਾਨ ਸੱਜਣ। ਇਹ ਗਰੀਬ ਨਿਵਾਜ ਮਹਾਰਾਜ ਜੀ ਦੇ ਪਾਸ ਆਏ। 3 ਸੰਗ ਮਿਲੇ ਜੋ ਖੋੜਸ ਕਹੇ। 16 ਜਿਹੜੇ ਉੱਤੇ ਜ਼ਿਕਰ ਕੀਤੇ ਨੇ ਗੁਰਸਿੱਖ ਤੇ 2 ਇਹ 18 ਸਿੱਖਾਂ ਦਾ ਜਥਾ ਮਹਾਰਾਜ ਜੀ ਦੇ ਪਾਸ ਆਇਆ ਅੰਮ੍ਰਿਤਸਰ ਸਾਹਿਬ। ਸਭ ਸੁਲਤਾਨਪੁਰੇ ਕੇ ਵਾਸੀ। ਮਹਾਰਾਜ ਕਹਿੰਦੇ ਸਾਰੇ ਸੁਲਤਾਨਪੁਰ ਦੇ ਵਾਸੀ ਗੁਰਸਿੱਖ ਇਹਨਾਂ ਭੱਟਾਂ ਦੇ ਨਾਲ ਆਏ। ਚਲ ਆਏ ਸ੍ਰੀ ਅਰਜਨ ਪਾਸੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਏ ਹਨ। ਬੰਦਨ ਕੀਨ ਕਮਲ ਸਮਪਾਇਨ। ਉਸ ਵੇਲੇ ਮਹਾਰਾਜ ਦੇ ਪਵਿੱਤਰ ਪਾਵਨ ਚਰਨ ਕਮਲਾਂ ਤੇ ਨਮਸਕਾਰ ਕਰੀਐ। ਯਥਾ ਸਕਤ ਧਰ ਅਗਰ ਉਪਾਇਨ। ਯਥਾ ਸ਼ਕਤ ਜਿੰਨੀ ਕੁ ਸ਼ਕਤੀ ਹੈ, ਜਿੰਨੀ ਕੁ ਕਿਸੇ ਕੋਲ ਪਾਇਆ ਉਹਦੇ ਮੁਤਾਬਕ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਭੇਟਾ ਧਰੀ। ਪਹਿਲਾਂ ਵੀ ਬੇਨਤੀ ਕੀਤੀ, ਗੁਰਸਿੱਖ ਪਹਿਲਾਂ ਮਹਾਰਾਜ ਨੂੰ ਨਮਸਕਾਰ ਕਰਦੇ, ਫਿਰ ਅਰਦਾਸ ਕਰਦੇ। ਪਹਿਲਾਂ ਆਪਣੀ ਨਮਸਕਾਰ ਕਰਦੇ ਸਾਧ ਸੰਗਤ ਜੀ, ਫਿਰ ਗਰੀਬ ਨਿਵਾਜ ਮਹਾਰਾਜ ਨੂੰ ਭੇਟਾ ਕਰਦੇ। ਕੋਈ ਵੀ ਜੋ ਤਿਲ ਫੁੱਲ ਸਰਦਾ ਬਣਦਾ ਗੋਲ ਗੱਲੇ ਵਿੱਚ ਜੋ ਅਸੀਂ ਪਾਉਂਦੇ ਆ, ਸਭ ਤੋਂ ਵੱਡੀ ਭੇਟਾ ਹੁੰਦੀ ਆਪ ਮਹਾਰਾਜ ਦੇ ਪਾਸ ਆ ਜਾਣਾ। ਇਹ ਪਹਿਲੀ ਭੇਟਾ ਹੈ। ਪਹਿਲਾਂ ਆਪ ਮਹਾਰਾਜ ਜੀ ਨੂੰ ਸਿਰ ਝੁਕਾ ਕੇ ਸਿਰ ਭੇਟ ਕੀਤਾ, ਫਿਰ ਜਿੰਨੀ ਕ ਸਰੀ ਬਣੀ ਮਾਇਆ ਅਰਜ ਕਰੀ ਐ। ਹੱਥ ਜੋਰ ਅਰਦਾਸ ਉਚਾਰੀ। ਇਹਨਾਂ ਗੁਰਸਿੱਖਾਂ ਨੇ ਭੇਟਾ ਰੱਖ ਕੇ ਭੇਟੈ ਸੋ ਜਾਵੋ ਤਾਂ ਫਲ ਪਾਵੋ। ਮਹਾਰਾਜ ਨੇ ਬਾਣੀ ਵਿੱਚ ਬਚਨ ਕਹੇ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਜਦੋਂ ਵੀ ਕੋਈ ਗੁਰੂ ਕਾ ਸਿੱਖ ਆਵੇ ਨਾ, ਸਤਿਗੁਰਾਂ ਦੀ ਕਥਾ ਵਿੱਚ ਔਰ ਗੁਰਬਾਣੀ ਵਿੱਚ ਉਪਦੇਸ਼ ਨੇ ਕਿ ਕੁਛ ਨਾ ਕੁਛ ਸਰਦਾ ਬਣਦਾ ਜ਼ਰੂਰ ਲੈ ਕੇ ਆਵੇ। ਖਾਲੀ ਹੱਥ ਮਹਾਰਾਜ ਦੇ ਘਰੇ ਨਹੀਂ ਆਉਣਾ ਚਾਹੀਦਾ। ਪਹਿਲਾਂ ਅਸੀਂ ਪਿੰਡਾਂ ਦੇ ਜੰਪਲ ਆ, ਪਹਿਲਾਂ ਆਮ ਗੁਰੂ ਘਰ ਗੁਰੂ ਅਸਥਾਨਾਂ ਦੇ ਨਾ ਸਾਧ ਸੰਗਤ ਜੀ ਦਰਵਾਜ਼ਿਆਂ ਦੇ ਪਾਸ ਸੋ ਬਰਤਨ ਆਦਿਕ ਰੱਖੇ ਹੁੰਦੇ। ਬੀਬੀਆਂ ਨੇ ਬੱਚਿਆਂ ਨੇ ਗੁਰੂ ਘਰੇ ਜਾਣਾ ਤੇ ਕੌਲੀ ਬਾਟੇ ਵਿੱਚ ਥੋੜਾ ਬਹੁਤਾ ਭਾਵੇਂ ਆਟਾ ਹੀ ਪਾ ਕੇ ਲੈ ਆਉਣਾ, ਕੋਈ ਚਾਵਲ ਆਦਿਕ ਜੋ ਸਰਦਾ ਬਣਦਾ ਜਿੰਨਾ ਕੁ ਘਰੇ ਹੁੰਦਾ ਉਹ ਲੈ ਕੇ ਆਉਣਾ। ਖਾਲੀ ਹੱਥ ਨਹੀਂ ਸਿੱਖ ਨੂੰ ਆਉਣਾ ਚਾਹੀਦਾ। ਮਹਾਰਾਜ ਸ੍ਰੀ ਗੁਰੂ ਹਰਿ ਸਾਹਿਬ ਜੀ ਸਤਿਗੁਰਾਂ ਦੀ ਕਥਾ 'ਚ ਬਚਨ ਆਉਂਦਾ। ਸਤਿਗੁਰਾਂ ਨੇ ਬਚਨ ਫਰਮਾਇਆ ਸੀ ਵੀ ਕਿਸੇ ਗਰੀਬ ਸਿੱਖ ਦੇ ਘਰੇ ਚਿੜੀ ਤੇ ਚਿੜਾ ਰਹਿੰਦਾ। ਸੁਣਿਆ ਹੋਵੇਗਾ ਤੁਸੀਂ ਜ਼ਰੂਰ ਬਚਨ। ਉਹ ਚੁੰਝ ਦੇ ਨਾਲ ਸਾਧ ਸੰਗਤ ਜੀ ਕਣਕ ਦੇ ਦਾਣੇ ਲਿਆ ਕੇ
ਜਿੱਥੇ ਗੁਰੂ ਕਾ ਅਨਾਜ ਹੁੰਦਾ ਉਥੇ ਲਿਆ ਕੇ ਪਾਉਂਦੇ, ਜਿਹੜਾ ਧੋ ਕੇ ਬਾਅਦ ਵਿੱਚ ਸੁਕਾ ਕੇ ਪੀਹ ਕੇ ਵੰਡਿਆ ਜਾਂਦਾ, ਪ੍ਰਸ਼ਾਦ ਬਣਦਾ, ਸੰਗਤ ਦੇ ਮੁਖ ਵਿੱਚ ਪੈਂਦਾ। ਇਹਨਾਂ ਸਿੱਖਾਂ ਦੇ ਘਰੇ ਬਰਕਤ ਆਈ। ਫਿਰ ਇਹਨਾਂ ਨੇ ਘਰ ਢਾਹ ਕੇ ਬਣਾਇਆ, ਚਿੜੀ ਚਿੜੇ ਦਾ ਆਲ੍ਹਣਾ ਢਾਤਾ। ਮੈਂ ਸੰਖੇਪ ਜੀ ਬੇਨਤੀ ਕਰ ਰਿਹਾ। ਫਿਰ ਮਹਾਰਾਜ ਦੇ ਪਾਸ ਆਣ ਕੇ ਬੇਨਤੀ ਕੀਤੀ, ਫਿਰ ਗਰੀਬੀ ਆਈ ਤੇ ਮਾਨ ਨੇ ਕਿਹਾ ਤੁਹਾਡੇ ਘਰੋਂ ਚਿੜੀ ਤੇ ਚਿੜਾ ਚੁੰਝ ਵਿੱਚ ਸੋ ਕਣਕ ਦੇ ਅਨਾਜ ਦਾਣੇ ਲੈ ਕੇ ਆਉਂਦੇ ਸਨ, ਉਹਦੇ ਨਾਲ ਤੁਹਾਡਾ ਭਲਾ ਹੁੰਦਾ। ਤੋ ਕਹਿਣ ਤੋਂ ਭਾਵ ਇਹ ਹੈ ਵੀ ਜੇ ਚਿੜੀ ਦੀ ਚੁੰਝ ਵਿੱਚ ਕਿੰਨਾ ਕੁ ਆ ਜਾਏਗਾ ਭਲਾ, ਤੁਸੀਂ ਆਪੇ ਹਿਸਾਬ ਲਾ ਲਓ। ਇੱਕ ਦਾਣਾ ਹੀ ਹੈ ਨਾ, ਵੱਧ ਤੋਂ ਵੱਧ ਜ਼ੋਰ ਨਾਲ ਦੋ। ਜਿੰਨਾ ਵੀ ਸਰੇ ਬਣੇ ਮਹਾਰਾਜ ਦੇ ਘਰੇ ਭੇਟਾ ਜ਼ਰੂਰ ਅਰਪਣੀ ਚਾਹੀਦੀ ਹੈ ਸਾਧ ਸੰਗਤ ਜੀ, ਜਿੰਨੀ ਕੁ ਸਰੇ ਬਣੇ। ਇੱਕ ਛੋਟਾ ਜਿਹਾ ਬਚਨ ਕਹਿ ਕੇ ਅੱਗੇ ਜਾਣਾ। 10ਵੇਂ ਪਾਤਸ਼ਾਹ ਦੇ ਕੋਲ ਨਾ ਸਾਧ ਸੰਗਤ ਜੀ, ਕਨੌਜ ਸ਼ਹਿਰ ਯੂਪੀ ਦੇ ਵਿੱਚ ਇੱਥੋਂ ਇੱਕ ਮਦਾਰ ਆਇਆ ਸੀ, ਫੱਕਰ ਸੀ, ਮੁਸਲਿਮ ਤੇ ਨਗਦ ਰਹਿੰਦਾ ਸੀ, ਬ੍ਰਹਮ ਗਿਆਨੀ ਸੀ, ਰੱਬ ਦਾ ਪਿਆਰਾ, ਸਰਮੱਦ ਵਰਗਾ ਫਕੀਰ ਸੀ। ਇਹਨੇ ਆਣ ਕੇ ਮਹਾਰਾਜ ਨੂੰ ਫੁੱਲ ਭੇਟਾ ਕਰਿਆ। ਜਦੋਂ ਫੁੱਲ ਭੇਟਾ ਕਰਿਆ ਤੇ ਗੁਰੂ 10ਵੇਂ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਕਹਿਣ ਲੱਗੇ, ਅਖੇ ਰੱਬ ਦੇ ਪਿਆਰਿਓ, ਤੁਸੀਂ ਤੇ ਭਾਵੇਂ ਉਸ ਤਰ੍ਹਾਂ ਹੀ ਆ ਜਾਂਦੇ ਤੇ ਇਹ ਵੀ ਵੱਡੀ ਵੱਡੀ ਗੱਲ, ਤੁਹਾਡੇ ਤੇ ਦਰਸ਼ਨ ਨਹੀਂ ਰੱਬ ਦੇ ਪਿਆਰਿਆਂ ਦੇ ਬਹੁਤ ਵੱਡੇ ਨੇ। ਮਾਨ ਨੇ ਬਾਣੀ ਵਿੱਚ ਵੀ ਗੁਰਮੁਖਾਂ ਦੇ ਦਰਸ਼ਨਾਂ ਦੀ ਮਹਿਮਾ ਦੱਸੀ ਹੈ ਤੇ ਆਪ ਵੀ ਮਹਾਰਾਜ ਗੁਰਮੁਖਾਂ ਦੇ ਦਰਸ਼ਨ ਕਰਕੇ ਖੁਸ਼ ਹੁੰਦੇ। ਰੱਬ ਦੇ ਪਿਆਰਿਆਂ ਦੇ, ਭਾਵੇਂ ਰੱਬ ਦੇ ਪਿਆਰੇ ਕਿਸੇ ਵੀ ਧਰਮ ਮਜ਼ਹਬ ਦੇ ਕਿਉਂ ਨਾ ਹੁੰਦੇ, ਸਤਿਗੁਰਾਂ ਦੇ ਘਰ ਵਿੱਚ ਨਫ਼ਰਤਾਂ ਨਹੀਂ ਫਲਦੀਆਂ, ਇੱਥੇ ਪ੍ਰੇਮ ਫਲਦਾ ਭਾਈ। ਇਹਨੇ ਕਿਹਾ ਮਹਾਰਾਜ ਵੀ ਜਿਹੜਾ ਖਾਲੀ ਹੱਥ ਆਉਣਾ ਹੈ ਨਾ, ਉਹ ਮਾੜੀ ਗੱਲ ਹੈ, ਖਾਲੀ ਹੱਥ ਨਹੀਂ ਆਉਣਾ ਚਾਹੀਦਾ। ਕਿਸੇ ਸਾਧ ਸੰਤ ਦੇ ਕੋਲ ਜਾਓ, ਗੁਰੂ ਪੀਰ ਦੇ ਕੋਲ ਜਾਓ, ਇਤਿਹਾਦਿਕ ਗ੍ਰੰਥਾਂ 'ਚ ਲਿਖਿਆ। ਤੇ ਸਤਿਗੁਰਾਂ ਨੇ ਮੁਸਕਰਾ ਕੇ ਕਿਹਾ, ਮਹਾਰਾਜ ਕਹਿੰਦੇ ਦਿਲੇ ਖਾਲੀ ਰੁਸ ਵਾਸਤਾ। ਮਹਾਰਾਜ ਕਹਿੰਦੇ ਉਹ ਤਾਂ ਸਤ ਵਚਨ ਹੈ, ਪਰ ਜਿਹੜਾ ਦਿਲੋਂ ਖਾਲੀ ਆਉਣਾ ਨਾ, ਉਹ ਮਾੜੀ ਗੱਲ ਹੈ। ਸੋ ਕੁਛ ਨਾ ਕੁਛ ਜ਼ਰੂਰ ਲੈ ਕੇ ਆਉਣਾ ਚਾਹੀਦਾ, ਨਹੀਂ ਤੇ ਪ੍ਰੇਮ ਤਾਂ ਜ਼ਰੂਰ ਲੈ ਕੇ ਆਉਣਾ ਚਾਹੀਦਾ। ਤੇ ਦੂਸਰੀ ਗੱਲ, ਜਿਹਦੇ ਮਨ ਵਿੱਚ ਪ੍ਰੇਮ ਹੋਵੇਗਾ ਨਾ ਸਾਧ ਸੰਗਤ ਜੀ, ਵੇਖੋ ਮਾਈ ਬਾਪ ਕਿੰਨੇ ਮਰਜ਼ੀ ਗਰੀਬ ਕਿਉਂ ਨਾ ਹੋਣ, ਬੱਚਿਆਂ ਨੂੰ ਪ੍ਰੇਮ ਕਰਦੇ ਨੇ, ਤਿਲ ਫੁੱਲ ਜ਼ਰੂਰ ਉਹਨਾਂ ਲਈ ਲੈ ਕੇ ਜਾਂਦੇ। ਇਹ ਪ੍ਰੇਮ ਦੀਆਂ ਗੱਲਾਂ ਨੇ ਨਾ। ਕੋਈ ਸਰੀਰਾਂ ਨਾਲ ਮੁਹੱਬਤ ਕਰਨ ਵਾਲਾ ਹੋਵੇ, ਜੇ ਕਿਸੇ ਨੂੰ ਪ੍ਰੇਮ ਕਰਦਾ ਹੋਵੇ ਸਾਧ ਸੰਗਤ ਜੀ, ਸਰੀਰਾਂ ਨੂੰ ਕੁਛ ਨਾ ਕੁਛ ਤੇ ਉਹਦੇ ਲਈ ਜ਼ਰੂਰ ਲੈ ਕੇ ਜਾਂਦਾ ਨਾ। ਭੈਣ ਭਰਾ, ਸਾਕ ਸੰਬੰਧੀ, ਮਿੱਤਰ ਦੋਸਤ ਆਦਿ ਸਮਾਜ ਦੇ ਵਿੱਚ ਜੇ ਅਸੀਂ ਗੁਰੂ ਨੂੰ ਪ੍ਰੇਮ ਕਰਦੇ ਹਾਂ ਤੇ ਗੁਰੂ ਵਾਸਤੇ ਵਧੀਆ ਵਧੀਆ ਸੋਹਣੀਆਂ ਸੋਹਣੀਆਂ ਵਸਤੂਆਂ ਜਿੰਨੀਆਂ ਕੁ ਸਰੇ ਬਣੇ, ਜਿਵੇਂ ਭਾਈ ਜੇਠਾ ਜੀ, ਭਾਈ ਰਾਮਦਾਸ ਜੀ ਸਾਹਿਬ ਜੀ ਦੀ ਕਥਾ 'ਚ ਆਉਂਦਾ ਕਿ ਆਪ ਜੀ ਨੇ ਬੜਾ ਸੋਹਣਾ ਅੰਬ ਦੇਖਿਆ, ਮਨ ਵਿੱਚ ਸੋਚਿਆ ਮਹਾਰਾਜ ਨੂੰ ਭੇਟ ਕੀਤਾ ਜਾਵੇ, ਇੰਨਾ ਸੋਹਣਾ ਅੰਬ। ਜੇ ਬਸਤਰ ਦੇਖਿਆ, ਇਹ ਸੋਚਣਾ ਮਹਾਰਾਜ ਨੂੰ ਭੇਟ ਕੀਤਾ ਜਾਵੇ। ਜੋ ਵੀ ਅੱਛੀ ਚੀਜ਼ ਲੱਗੇ ਸਾਧ ਸੰਗਤ ਜੀ, ਸਤਿਗੁਰਾਂ ਦੇ ਨਾਲ ਇਹ ਪ੍ਰੇਮ ਦੀਆਂ ਗਾਥਾਵਾਂ ਨੇ। ਤੇ ਜਿਹੜੇ ਕਈ ਗੁਰੂ ਕੇ ਸਿੱਖ ਕਹਿੰਦੇ ਗੋਲਕਾਂ ਦੇ ਵਿੱਚ ਮਾਇਆ ਨਾ ਪਾਓ ਜੀ, ਇਹ ਹੈ ਜੀ ਉਹ ਹੈ। ਸਾਧ ਸੰਗਤ ਜੀਓ, ਜਿਹੜੇ ਗੁਰੂ ਦੀਆਂ ਗੋਲਕਾਂ ਨੂੰ ਖਾਂਦੇ ਨੇ ਉਹ ਤੇ ਮਹਾਂ ਪਾਪੀ ਨੇ। ਉਹਨਾਂ ਦਾ ਪੱਖ ਕੌਣ ਪੂਰਦਾ, ਕੌਣ ਨਹੀਂ ਨਿੰਦਿਆ ਕਰਦਾ? ਅਸੀਂ ਨਹੀਂ ਕਰਦੇ ਕਿ ਤੁਸੀਂ ਨਹੀਂ ਕਰਦੇ। ਜਿਹੜੇ ਖਾਣਗੇ ਉਹਨਾਂ ਨੂੰ ਭਰਨੀਆਂ ਵੀ ਪੈਣੀਆਂ ਨੇ, ਬੜਾ ਮਾੜਾ ਹਸ਼ਰ ਹੁੰਦਾ। ਅਸੀਂ ਤੇ ਗੁਰੂ ਨਾਨਕ ਨੂੰ ਦੇਣਾ, ਅਸੀਂ ਗੁਰੂ ਨਾਨਕ ਨੂੰ ਦੇਣਾ, ਅਸੀਂ ਕਿਸੇ ਨੂੰ ਥੋੜਾ ਨਾ ਦੇਣਾ। ਤੇ ਜੇ ਗੁਰੂ ਨਾਨਕ ਦੀ ਗੋਲਕ ਵਿੱਚੋਂ ਕੋਈ ਖਿੱਚ ਕੇ ਲੈ ਜਾਊਗਾ ਤੇ ਗੁਰੂ ਨਾਨਕ ਨੂੰ ਕਢਾਉਣਾ ਆਉਂਦਾ। ਅਸੀਂ ਗੁਰੂ ਨਾਨਕ ਦੀਆਂ ਜ਼ਿੰਮੇਵਾਰੀਆਂ ਗੁਰੂ ਨਾਨਕ ਤੇ ਸੌਂਪੀਏ। ਦੂਸਰੀ ਗੱਲ, ਇੱਕ ਵਾਰੀ ਨਾ ਸਾਧ ਸੰਗਤ ਜੀ, ਜਥੇ ਦੀ ਗੱਲ ਹੈ ਟਕਸਾਲ ਦੀ, ਤੇ ਗੁਰਮੁਖ ਮਹਾਂਪੁਰਖ ਬਾਬਾ ਜੀ ਬਾਹਰ ਵਿਦੇਸ਼ ਚਲੇ ਗਏ। ਜਦੋਂ ਵਿਦੇਸ਼ ਗਏ ਤੇ ਮਗਰੋਂ ਜਿਹੜੇ ਜਥੇਦਾਰ ਸਿੰਘ ਸਨ, ਉਹਨਾਂ ਨੇ ਵਿਦਿਆਰਥੀਆਂ ਦੇ ਲੰਗਰ ਵਿੱਚ ਕੁਝ ਢਲਿਆਈ ਲਿਆਂਦੀ। ਲੰਗਰ ਵਿੱਚ ਪਹਿਲਾਂ ਘਿਓ ਵਰਦਾ ਸੀ, ਵਿਦਿਆਰਥੀਆਂ ਨੂੰ ਘਿਓ ਛਕਾਉਣਾ, ਖੁੱਲੀਆਂ ਵਸਤੂਆਂ ਛਕਾਉਣੀਆਂ, ਜਿਹੜੇ ਸਿੰਘ ਪੜ੍ਹਦੇ, ਬਾਣੀ ਪੜ੍ਹਦੇ, ਸੇਵਾ ਸਿਮਰਨ ਕਰਦੇ। ਜਦੋਂ ਢਲਿਆਈ ਵਰਤੀ ਤੇ ਬਾਬਾ ਜੀ ਆਏ ਵਿਦੇਸ਼ ਵਿੱਚੋਂ, ਆਣ ਕੇ ਦੇਖਿਆ ਵੀ ਢਲਿਆਈ ਹੋ ਗਈ ਆ ਹੁਣ ਸਾਡੇ ਜਾਣ ਤੋਂ ਬਾਅਦ। ਉਦੋਂ ਬਾਬਾ ਜੀ ਨੇ ਜਥੇਦਾਰਾਂ ਦੇ ਤਾਈਂ ਬਚਨ ਫਰਮਾਇਆ, ਕਹਿੰਦੇ ਵੀ ਤੁਸੀਂ ਕੀ ਸੋਚਦੇ ਹੋ ਵੀ ਗੁਰੂ ਨਾਨਕ ਦਾ ਘਰ ਕਿਤੇ ਰਸਤਾਂ ਦੇ ਨਾਲ ਚੱਲਦਾ, ਗੋਲਕਾਂ ਦੇ ਨਾਲ ਚੱਲਦਾ? ਕਹਿੰਦੇ ਆਪਾਂ ਵੀ ਸਾਰੇ ਸਧਾਰਨ ਸਿੱਖ ਹਾਂ, ਜਦੋਂ ਮਹਾਰਾਜ ਨੂੰ ਕੋਈ ਅਰਪਦੇ ਆ ਤੇ ਸਭ ਤੋਂ ਛੋਟਾ ਨੋਟ ਅਸੀਂ ਅਰਪਦੇ ਹਾਂ, ਤੇ ਛੋਟੇ ਨੋਟਾਂ ਦੇ ਨਾਲ ਕੁਝ ਨਹੀਂ ਬਣਦਾ ਜੇ ਆਪਾਂ ਬਾਹਰੀ ਤੌਰ ਤੇ ਸੋਚੀਏ। ਇਸ ਕਰਕੇ ਗੁਰੂ ਨਾਨਕ ਦੇ ਘਰ ਮਾਇਆ ਨਾਲ ਨਹੀਂ ਚੱਲਦੇ। ਜੇ ਅਸੀਂ ਸੋਚੀਏ ਮਾਇਆ ਨਾਲ ਚੱਲਦੇ ਨੇ, ਇਹ ਬਹੁਤ ਵੱਡਾ ਭੁਲੇਖਾ। ਆਪਾਂ ਕਿੰਨੀ ਕੁ ਮਾਇਆ ਕਿਤੇ ਦਿੰਦੇ ਆ, ਕਦੀ ਸੋਚ ਕੇ ਦੇਖੀਏ ਕਿੰਨੀ ਕੁ ਮਾਇਆ ਅਸੀਂ ਦਿੰਦੇ ਹੋਵਾਂਗੇ ਜਿਹਦੇ ਨਾਲ ਸਾਰੀ ਦੁਨੀਆ ਖਾਈ ਜਾ ਰਹੀ। ਇਹ ਮਾਇਆ ਨਾਲ ਨਹੀਂ ਚੱਲਦੇ, ਕੋਈ ਫਰਕ ਨਹੀਂ ਪੈਂਦਾ ਭਾਵੇਂ ਸਾਰੀ ਦੁਨੀਆ ਹੀ ਗੋਲਕ ਚ ਮਾਇਆ ਪਾਉਣੀ ਬੰਦ ਕਰ ਦੇ। ਇਹ ਲੰਗਰ ਲੁੰਗਰ ਇਦਾਂ ਹੀ ਚੱਲਣੇ ਨੇ ਸਾਧ ਸੰਗਤ ਜੀ, ਸੱਚ ਮੰਨੋ, ਇਦਾਂ ਹੀ ਚੱਲਣੇ ਨੇ। ਗੁਰੂ ਨਾਨਕ ਨੂੰ ਕੋਈ ਫਰਕ ਨਹੀਂ ਪੈਣਾ।
ਪਰ ਗੱਲ ਤੇ ਸਾਡੀ ਭਾਵਨਾ ਦੀ ਹੈ ਨਾ ਸਾਧ ਸੰਗਤ ਜੀ, ਗੱਲ ਤੇ ਸਾਡੇ ਸਿਦਕ ਦੀ ਹੈ। ਇਸ ਕਰਕੇ ਗੋਲਕਾਂ ਦੇ ਨਾਲ ਕੋਈ ਲੰਗਰ ਨਹੀਂ ਚੱਲਦੇ, ਲੰਗਰ ਤੇ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਦੇ ਨਾਲ ਚੱਲਦੇ। ਜੇ ਕਿਤੇ ਗੋਲਕਾਂ ਦੀ ਚੜਾਵੇ ਦੀ ਗੱਲ ਹੋਵੇ, ਸੰਸਾਰ ਤੇ ਬੜੇ ਧਰਮ ਨੇ, ਬੜੇ ਧਰਮਾਂ ਦੇ ਬੜੇ ਅਸਥਾਨ ਨੇ ਜਿੱਥੇ ਬੜੀ ਮਾਇਆ ਜੇ ਸਾਧ ਸੰਗਤ ਜੀ, ਕੁਇੰਟਲਾਂ ਦੇ ਹਿਸਾਬ ਨਾਲ ਤੋਲੇ ਜੇ, ਉੱਥੇ ਸੋਇਨਾ ਜੇ ਕੁਇੰਟਲਾਂ ਦੇ ਹਿਸਾਬ ਨਾਲ। ਨਾਮ ਲੈਣਾ ਜਾਇਜ਼ ਨਹੀਂ, ਸਾਰਿਆਂ ਨੂੰ ਸਾਰਾ ਕੁਝ ਪਤਾ। ਤੇ ਕੀ ਉਹ ਲੰਗਰ ਆਦਿਕ ਦੀ ਪ੍ਰਥਾ ਉਹਨਾਂ ਦੇ ਪਾਸ ਹੈਗੀ? ਨਹੀਂ ਹੈਗੀ ਸਾਧ ਸੰਗਤ ਜੀ। ਸਾਡੇ ਧਾਰਮਿਕ ਅਸਥਾਨਾਂ ਤੇ ਕੋਈ ਦਸਵੰਧ ਹੈ ਹੀ ਨਹੀਂ ਉਹਨਾਂ ਦੇ ਮੁਕਾਬਲੇ, ਕੋਈ ਮਾਇਆ ਹੈ ਹੀ ਨਹੀਂ। ਸਾਡੀਆਂ ਕਮੇਟੀਆਂ ਦਾ ਤੇ ਕੋਈ ਬਜਟ ਜ਼ੀਰੋ ਮਾਈਨਸ ਹੈ ਉਹਨਾਂ ਦੇ ਹਿਸਾਬ ਨਾਲ। ਪਰ ਇਹ ਜਿਹੜੇ ਲੰਗਰ, ਮੈਂ ਕਹਿਣਾ ਇਹ ਚਾਹੁੰਦਾ ਵੀ ਬਜਟਾਂ ਦੇ ਨਾਲ ਲੰਗਰ ਨਹੀਂ ਚੱਲਦੇ, ਇਹ ਤੇ ਬਖਸ਼ਿਸ਼ਾਂ ਦੇ ਨਾਲ ਚੱਲਦੇ ਨੇ। ਇਸ ਕਰਕੇ ਕੋਈ ਦੇਣ ਵਾਲਾ ਇਹ ਨਾ ਸੋਚੇ ਵੀ ਮੇਰੇ ਨਾਲ ਸਾਰਾ ਕੁਝ ਚੱਲਦਾ, ਤੇ ਜੇ ਕੋਈ ਨਾ ਦੇਵੇ ਤੇ ਉਹ ਹੀ ਸੋਚੇ ਵੀ ਖੁਰੇ ਇੱਥੇ ਲੰਗਰ ਬੰਦ ਹੋ ਜਾਣਗੇ। ਇਹ ਇਸ ਤਰ੍ਹਾਂ ਦਾ ਕੋਈ ਬਚਨ ਨਹੀਂ ਹੈ ਸਾਧ ਸੰਗਤ ਜੀ। ਇਹ ਮਹਾਰਾਜ ਦੀਆਂ ਘਰ ਦੀਆਂ ਖੇਡਾਂ ਬਹੁਤ ਵੱਡੀਆਂ ਨੇ, ਇਹ ਸਾਨੂੰ ਸਿਦਕ ਨਾਲ ਹੀ ਵੇਖਣੀਆਂ ਚਾਹੀਦੀਆਂ। ਇਸ ਕਰਕੇ ਗੁਰੂ ਕਾ ਸਿੱਖ ਜਦੋਂ ਵੀ ਆਵੇ, ਜਿੰਨਾ ਕੁ ਸਰੇ ਬਣੇ, ਜੋ ਵੀ ਗੁਰੂ ਕੇ ਸਿੱਖ ਦੇ ਪਾਸੋਂ ਸਰਦਾ ਬਣਦਾ, ਉਹ ਭੇਟਾ ਜ਼ਰੂਰ ਰੱਖਣੀ ਚਾਹੀਦੀ। ਇੱਥੇ ਬਹੁਤ ਸਾਰੀਆਂ ਬੀਬੀਆਂ ਨੇ ਸਾਧ ਸੰਗਤ ਜੀ, ਸਹਿਜ ਧਾਰੀ ਬਿਹਾਰ ਦੀਆਂ, 10ਵੇਂ ਪਾਤਸ਼ਾਹ ਮਹਾਰਾਜ ਦੀਆਂ ਲਾਡਲੀਆਂ ਧੀਆਂ, ਕਈ ਵੇਖੇ ਰੋਜ਼ ਹੀ ਇੱਥੇ ਗੋਲਕ ਦੇ ਕੋਲ ਇੱਕ ਫੁੱਲ ਭੇਟਾ ਕਰਨਾ, ਕੋਈ ਮਾਇਆ ਨਹੀਂ। ਮੈਂ ਰੋਜ਼ ਵੇਖਦਾ ਕਥਾ ਵੇਲੇ, ਤੇ ਫੁੱਲ ਭੇਟਾ ਕਰਕੇ ਪ੍ਰਦਖਣਾ ਕਰਕੇ ਥੋੜਾ ਸਮਾਂ ਕਥਾ ਸੁਣਨੀ, ਪਤਾ ਨਹੀਂ ਕਥਾ ਸਮਝ ਆਉਂਦੀ ਉਹਨਾਂ ਨੂੰ ਕਿ ਨਹੀਂ, ਤੇ ਫਿਰ ਚਲੇ ਜਾਣਾ ਸਿਰਫ ਫੁੱਲ। ਗੱਲ ਇਹ ਵੀ ਭਾਵੇਂ ਫੁੱਲ ਹੀ ਮਹਾਰਾਜ ਨੂੰ ਅਰਪਣ ਕਰੋ, ਜੋ ਵੀ ਵਸਤੂ ਹੋਵੇ ਗੁਰੂ ਕਾ ਸਿੱਖ ਜ਼ਰੂਰ ਅਰਪਣ ਕਰੇ ਨੇ, ਤੇ ਭਾਵਨਾ ਤੇ ਜ਼ਰੂਰ ਲੈ ਕੇ ਆਵੇ ਸਾਧ ਸੰਗਤ ਜੀ। ਫੇਰ ਹੀ ਗੁਰੂ ਕੇ ਸਿੱਖ ਦਾ ਸਿਦਕ ਜਿਹੜਾ ਪਰਖਿਆ ਜਾਂਦਾ, ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਜਿਹੜੇ ਗੁਰਸਿੱਖ ਆਏ ਨੇ ਸਾਧ ਸੰਗਤ ਜੀ, ਇਹਨਾਂ ਨੇ ਮਾਂ ਨੂੰ ਨਮਸਕਾਰ ਕਰੀ ਪਹਿਲਾਂ, ਫਿਰ ਜਥਾ ਸ਼ਕਤ ਧਰ ਅਗਰ ਉਪਾਇਨ, ਜਿੰਨੀ ਕਿਸੇ ਦੇ ਪਾਸ ਸ਼ਕਤੀ ਸੀ, ਪਾਇਆ ਸੀ, ਉਹਦੇ ਮੁਤਾਬਕ ਗੁਰੂ ਕੇ ਸਿੱਖਾਂ ਨੇ ਭੇਟਾ ਅਰਪੀ ਹੈ। ਤੇ ਭੇਟਾ ਅਰਪਣ ਦਾ ਸਾਨੂੰ ਵੀ ਸੰਦੇਸ਼ ਹੈ। ਹੱਥ ਜੋੜ ਅਰਦਾਸ ਉਚਾਰੀ, ਤੇ ਹੱਥ ਜੋੜ ਕੇ ਉਸ ਵੇਲੇ ਅਰਦਾਸ ਕਰੀ ਹੈ। ਹਮ ਸਿੱਖ ਸਭ ਗੁਰ ਅਮਰ ਅਗਾਰੀ, ਅਸੀਂ ਸਾਰੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਕਤ ਦੇ ਸਿੱਖ ਸੀ, ਪੁਰਾਣੇ ਬਜ਼ੁਰਗ। ਉਪਦੇਸਿਓ ਹਮ ਕੋ ਬਿਦ ਏਵਾ, ਇੱਕ ਦਿਨ ਨਾ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਉਪਦੇਸ਼ ਦਿੱਤਾ ਸੀਗਾ। ਧਰਮ ਕਿਰਤ ਕਰ ਸਿੱਖਨ ਸੇਵਾ, ਮਾਨ ਨੇ ਉਪਦੇਸ਼ ਦਿੱਤਾ ਸੀਗਾ ਕਿ ਧਰਮ ਦੀ ਕਿਰਤ ਕਰਨੀ ਹੈ, ਮਨ ਨੀਵਾਂ ਕਰਕੇ ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਮਿੱਠਾ ਬੋਲਣ ਅਰ ਮਨ ਨੀਵਾ, ਔਰ ਮਿੱਠਾ ਬੋਲਣਾ ਤੇ ਮਨ ਨੂੰ ਨੀਵਾਂ ਰੱਖਣਾ ਹੈ। ਪਾਛਲ ਨਿਸ ਇਸਨਾਨ ਸਦੀਵਾ, ਇਸ ਵੇਲੇ ਪਿਛਲੀ ਪੈਰ ਹੋ ਜਾਵੇ, 3 ਵਜੇ ਦਾ ਸਮਾਂ ਅੰਮ੍ਰਿਤ ਵੇਲਾ, ਉਦੋਂ ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਦੇ ਧਾਰਨੀ ਹੋਣਾ। ਭੋਰ ਹੋਤ ਲਗ ਪੜ ਗੁਰਬਾਨੀ, ਤੇ ਭੋਰ ਹੋਣ ਤੱਕ, ਸਵੇਰ ਹੋਣ ਤੱਕ, ਸੂਰਜ ਚੜ੍ਹਨ ਤੱਕ ਮਹਾਰਾਜ ਦੀ ਬਾਣੀ ਪੜ੍ਹਨੀ, ਨਿਤਨੇਮ ਕਰਨਾ ਜਿੰਨਾ ਹੋਵੇ ਵੱਧ ਤੋਂ ਵੱਧ। ਬੋਹਰ ਕਿਰਤ ਕੀ ਜਾਹਿਤ ਠਾਨੀ, ਤੇ ਫਿਰ ਉਸ ਤੋਂ ਬਾਅਦ ਆਪਣੀ ਕਿਰਤ ਵਿਰਤ ਜਿਹੜੀ ਹੈ ਪ੍ਰੇਮ ਸਹਿਤ ਕਰਨੀ ਹੈ। ਕਿਸੀ ਪ੍ਰਕਾਰ ਕਰਤ ਹਮ ਰਹੇ, ਕਹਿੰਦੇ ਮਹਾਰਾਜ ਦਾ ਬਚਨ ਅਸੀਂ ਕਮਾਉਂਦੇ ਰਹੇ ਲਗਾਤਾਰ। ਤਉ ਸਾਤ ਨੈ ਮਨ ਕੋ ਲਹੇ, ਕਹਿੰਦੇ ਫਿਰ ਵੀ ਜਿਹੜਾ ਸਾਡਾ ਮਨ ਸੀ ਉਹ ਸੰਪੂਰਨ ਰੂਪ ਵਿੱਚ ਸ਼ਾਂਤ, ਸੰਤ ਪਦਵੀ ਨੂੰ ਨਾ ਪ੍ਰਾਪਤ ਹੋਇਆ। ਕਿਰਪਾ ਕਰੋ ਅਬ ਦੇਹ ਉਪਦੇਸ਼, ਮਹਾਰਾਜ ਆਪ ਜੀ ਕਿਰਪਾ ਕਰੋ, ਜਿਹੜੀ ਸਾਡੀ ਅੜਚਣ ਹੈ ਅਧਿਆਤਮਿਕ ਦੇ ਰਸਤੇ ਵਿੱਚ, ਉਹ ਦੂਰ ਕਰ ਦਿਓ ਆਪ। ਜਿਸ ਤੇ ਮਨ ਹੋਏ ਸ਼ਾਂਤ ਵਿਸ਼ੇਸ਼, ਜਿਸ ਕਰਕੇ ਸਾਡਾ ਮਨ ਸ਼ਾਂਤ ਹੋ ਜਾਵੇ ਵਿਸ਼ੇਸ਼ ਰੂਪ ਵਿੱਚ। ਸ੍ਰੀ ਅਰਜਨ ਸੁਨ ਬਾਕ ਬਖਾਨਾ, ਸੁਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਫਰਮਾਇਆ। ਰਜ ਤਮ ਗੁਣ ਜੇ ਤਿਆਗ ਨਹਿ ਨਾਨਾ, ਮਹਾਰਾਜ ਕਹਿੰਦੇ ਜਦੋਂ ਤੱਕ ਰਜੋ ਤਮੋ ਗੁਣ ਇਹਨਾਂ ਦਾ ਤਿਆਗ ਨਹੀਂ ਕਰਦੇ ਹੋ, ਹਿਰਦੈ ਸ਼ਾਂਤ ਕੀ ਗੁਣ ਨਹਿ ਧਾਰੋ। ਔਰ ਇਹਨਾਂ ਗੁਣਾਂ ਦਾ ਤਿਆਗ ਕਰਕੇ, ਤਮੋ ਅਤੇ ਰਜੋ ਦਾ ਤਿਆਗ ਕਰਕੇ, ਤੇ ਸ਼ਾਂਤਕੀ ਗੁਣ ਜਿਹੜੇ ਨੇ ਸ਼ਾਂਤਕੀ ਸੁਭਾਅ ਨੂੰ ਧਾਰਨ ਨਹੀਂ ਕਰਦੇ। ਤੋ ਲਗ ਸ਼ਾਂਤ ਨਾ ਭਲੇ ਵਿਚਾਰੋ, ਮਹਾਰਾਜ ਕਹਿੰਦੇ ਤਦੋਂ ਤੱਕ ਹਿਰਦਾ ਜਿਹੜਾ ਹੈ ਸ਼ਾਂਤ ਨਹੀਂ ਹੋਵੇਗਾ। ਵਿਚਾਰ ਲਵੋ ਭਾਈ। ਸੁਣ ਸਿੱਖਨ ਗੁਰ ਬੂਝਨ ਕਰੇ, ਸੁਣ ਕਰਕੇ ਨਾ ਗੁਰਸਿੱਖਾਂ ਨੇ ਮਹਾਰਾਜ ਜੀ ਨੂੰ ਪੁੱਛਿਆ, ਗੁਣਨ ਪ੍ਰੀਖਿਆ ਹਮ ਕਿਮ ਧਰੇ। ਤੇ ਮਹਾਰਾਜ ਸਾਨੂੰ ਕਿਵੇਂ ਪਤਾ ਲੱਗੇ ਕਿ ਇਹ ਤਮੋ ਗੁਣੀ ਸੁਭਾਅ ਹੈ, ਰਜੋ ਗੁਣੀ ਸੁਭਾਅ ਹੈ, ਇਹਦਾ ਅਸੀਂ ਤਿਆਗ ਕਰਨਾ, ਔਰ ਇਹ ਸ਼ਾਂਤਕੀ ਸੁਭਾਅ ਇਹਦਾ ਅਸੀਂ ਧਾਰਨ ਕਰਨਾ। ਮਹਾਰਾਜ ਇਹਨਾਂ ਬਾਰੇ ਸਾਨੂੰ ਨਹੀਂ ਪਤਾ, ਇਹਨਾਂ ਤਿੰਨਾਂ ਗੁਣਾਂ ਬਾਰੇ
ਆਪ ਕਿਰਪਾ ਕਰਕੇ ਸਮਝਾਓ। ਸ੍ਰੀ ਮੁਖ ਤੇ ਕੈ ਸੁਨ ਦੇ ਮਨ ਉਹ ਹੈ। ਗਰੀਬ ਨਿਵਾਜ ਮਹਾਰਾਜ ਆਪਣੇ ਮੁਖ ਤੋਂ ਫਰਮਾਓ, ਜਿਸ ਕਰਕੇ ਅਸੀਂ ਇਸ ਬਚਨ ਨੂੰ ਸੁਣੀਏ ਤੇ ਮੰਨੀਏ। ਹਿੰਸਾ ਕ੍ਰੋਧ ਤਾਮਸੀ ਗੁਣ ਉੱਥੇ ਹੈ। ਮਹਾਰਾਜ ਕਹਿ ਲੱਗੇ ਹਿੰਸਾ ਕਰਨੀ ਅਤੇ ਕ੍ਰੋਧੀ ਹੋਣਾ ਇਹ ਤਾਮਸੀ ਤਮੋ ਗੁਣੀ ਸੁਭਾਅ। ਹਿੰਸਾ ਜਿਹੜੀ ਸਾਧ ਸੰਗਤ ਜੀ ਇਹ ਤਿੰਨ ਤਰ੍ਹਾਂ ਦੀ ਹੈ, ਮਨ ਬਾਣੀ ਸਰੀਰ ਕਰਕੇ। ਪਹਿਲਾਂ ਹਿੰਸਾ, ਫਿਰ ਅੱਗੇ ਦੇ ਤਿੰਨ ਪ੍ਰਕਾਰ ਨੇ। ਮਨ ਕਰਕੇ ਕਿਸੇ ਦਾ ਬੁਰਾ ਸੋਚਣਾ ਵੀ ਇਹ ਮਰ ਜੇ ਜਾਂ ਨੁਕਸਾਨ ਹੋ ਜੇ, ਨੁਕਸਾਨ ਕਰਨਾ ਵੀ ਹਿੰਸਾ ਹੈ ਤੇ ਮਾਰਨਾ ਵੀ ਹਿੰਸਾ ਹੈ। ਲੇਕਿਨ ਨੁਕਸਾਨ ਹੋ ਜਾਵੇ ਜਾਂ ਇਹ ਮਰ ਜੇ ਇਹ ਸੋਚਣਾ ਸਾਧ ਸੰਗਤ ਜੀ ਇਹ ਮਨ ਦੀ ਹਿੰਸਾ ਹੈ। ਔਰ ਦੂਸਰੀ ਬਾਣੀ ਦੀ ਹਿੰਸਾ ਹੈ। ਬਾਣੀ ਕਰਕੇ ਕਿਸੇ ਨੂੰ ਬੁਰਾ ਬੋਲ ਬੋਲ ਕੇ ਹਿਰਦਾ ਢਾ ਦੇਣਾ ਸਾਧ ਸੰਗਤ ਜੀ ਇਹ ਬਾਣੀ ਦੀ ਹਿੰਸਾ। ਭਗਤ ਫਰੀਦ ਜੀ ਸਾਹਿਬ ਜੀ ਨੇ ਬਚਨ ਗਏ ਕਿ ਫਿੱਕਾ ਨਾ ਗਾ ਲਾਏ ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ। ਕਹਿੰਦੇ ਕਿਸੇ ਨੂੰ ਫਿੱਕਾ ਬੋਲ ਨਾ ਬੋਲ, ਸਾਰਿਆਂ ਵਿੱਚ ਧਣੀ ਮਾਲਕ ਵਸਿੰਦਾ। ਤੇ ਹਿਆਉ ਨਾ ਕਹੀ ਠਾਹੇ, ਕੌੜਾ ਬਚਨ ਫਿੱਕਾ ਬੋਲ ਬੋਲ ਕੇ ਕਿਸੇ ਦਾ ਹਿਰਦਾ ਨਾ ਢਾਈ। ਜੇ ਕੋਈ ਗਰੀਬ ਹੈ ਉਹਨੂੰ ਹੱਸ ਕੇ ਜਾਂ ਮਜ਼ਾਕ ਕਰਨਾ ਜਾਂ ਕਿਸੇ ਨੂੰ ਉਹਦੀ ਕਮਜ਼ੋਰੀ ਉਹਦੇ ਸਾਹਮਣੇ ਕਹਿਣੀ, ਉਹਦਾ ਦਿਲ ਦਿਖਾਉਣਾ ਇਤਿਆਦਿਕ, ਦੁਖੀ ਨੂੰ ਦੁਖੀ ਕਰਨਾ, ਕਹਿੰਦੇ ਇਹ ਬਹੁਤ ਵੱਡਾ ਪਾਪ ਹੈ। ਇਹ ਨਹੀਂ ਕਰਨਾ ਚਾਹੀਦਾ ਜਿਹੜਾ ਅਸੀਂ ਰਸਨਾ ਦੇ ਨਾਲ ਕਈ ਵਾਰੀ ਜਾਣੇ ਔਰ ਅਣਜਾਣੇ ਕਰ ਜਾਂਦੇ ਹਾਂ। ਸਾਧ ਸੰਗਤ ਜੀ ਇਹਦਾ ਤਿਆਗ ਭਲਾ। ਇਹ ਬਾਣੀ ਦੀ ਹਿੰਸਾ ਹੈ। ਔਰ ਦੂਸਰੀ ਹੈ ਸਰੀਰ ਦੀ ਹਿੰਸਾ। ਸਰੀਰ ਕਰਕੇ ਕਿਸੇ ਦਾ ਕਤਲ ਕਰ ਦੇਣਾ, ਗਲਾ ਆਦਿਕ ਦਬਾ ਦੇਣਾ, ਨੁਕਸਾਨ ਕਰ ਦੇਣਾ, ਇਹ ਤਿੰਨ ਤਰ੍ਹਾਂ ਦੀ ਹਿੰਸਾ ਹੈ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਇਹ ਤਾਮਸੀ ਸੁਭਾਅ, ਤਮੋ ਗੁਣੀ ਸੁਭਾਅ, ਇਹਦਾ ਤਿਆਗ ਭਲਾ ਹੈ। ਔਰ ਦੂਸਰਾ ਹੈ ਕ੍ਰੋਧ, ਗੁੱਸੇ ਵਾਲਾ ਸੁਭਾਅ ਹੋਣਾ। ਕ੍ਰੋਧ ਗੁੱਸੇ ਵਿੱਚ ਕੌੜੇ ਬੋਲ ਬੋਲਣੇ ਔਰ ਮਨ ਵਿੱਚ ਗੁੱਸਾ ਰਹਿਣਾ, ਗੁੱਸੇ ਵਿੱਚ ਕਿਸੇ ਨੂੰ ਮਾਰ ਕੁੱਟ ਆਦਿ ਕਰਨੀ। ਕਾਰਨੋ ਲੋਭ ਹਿਰਦੈ ਅਭਮਾਨ, ਤੇ ਲੋਭੀ ਹੋਣਾ ਕਿ ਬਹੁਤੇ ਮਾਇਆ ਪਦਾਰਥ ਪ੍ਰਾਪਤ ਹੋਣ ਤੇ ਖਾਣ ਆਦਿਕ ਨੂੰ ਵਸਤੂਆਂ ਪ੍ਰਾਪਤ ਹੋਣ। ਔਰ ਅਭਿਮਾਨੀ ਹੋਣਾ, ਹੰਕਾਰੀ ਹੋਣਾ। ਇਹੀ ਰਾਜਸੀ ਗੁਣਨ ਪਛਾਨ। ਮਹਾਰਾਜ ਕਹਿੰਦੇ ਰਾਜਸੀ ਗੁਣ ਹੈ। ਤਮੋ ਗੁਣੀ ਨੀਚ ਬਿਰਤੀ, ਰਜੋ ਗੁਣੀ ਥੋੜੀ ਜੀ ਉੱਤਮ ਉੱਚੀ ਹੋ ਗਈ ਉਹਨਾਂ ਤੋਂ, ਲੇਕਿਨ ਇਹ ਜ਼ਿਆਦੀ ਉੱਚੀ ਨਹੀਂ ਹੈ। ਪਹਿਲਾ ਹੈ ਤਾਮਸੀ ਸੁਭਾਅ ਜਿਹਦੇ ਵਿੱਚ ਹਿੰਸਾ ਔਰ ਇਸੇ ਪ੍ਰਕਾਰ ਕ੍ਰੋਧ। ਦੂਸਰਾ ਹੋ ਗਿਆ ਰਾਜਸੀ, ਲੋਭ, ਧਨ ਆਦਿਕ ਬਹੁਤਾ ਹੋਵੇ, ਐਸ਼ਵਜ ਆਰਾਮ ਹੋਵੇ, ਸੁੱਖ ਸਹੂਲੀਅਤ ਹੋਵੇ ਤੇ ਉਹਦੇ ਵਿੱਚ ਹੀ ਫਸੇ ਰਹਿਣਾ। ਮਕੜੀ ਦੀ ਤਰ੍ਹਾਂ ਘਰ ਬਣਾਇਆ ਰਹਿਣ ਲਈ ਮਕੜੀ ਨੇ, ਪਰ ਉਹਦੇ ਵਿੱਚ ਹੀ ਫਸ ਗਈ। ਪੰਛੀ ਵਾਂਗੂ ਆਜ਼ਾਦ ਨਾ ਹੋ ਸਕਣਾ ਔਰ ਅਭਿਮਾਨੀ ਹੰਕਾਰੀ ਹੋ ਜਾਣ। ਧਨ ਆਦਿਕ, ਪ੍ਰਭਤਾ ਆਦਿਕ, ਸੁੰਦਰਤਾ ਆਦਿਕ, ਗੁਣ ਆਦਿਕ, ਜਾਤੀ ਆਦਿਕ, ਦਮੜੇ ਆਦਿਕ, ਜ਼ਮੀਨ ਜਾਇਦਾਦ ਆਦਿਕ ਦਾ ਜਿਹੜਾ ਹੰਕਾਰ ਹੋਣਾ ਇਹ ਰਾਜਸੀ ਸੁਭਾਅ ਹੈ, ਰਜੋ ਗੁਣ ਹੈ। ਮਿੱਠਾ ਬੋਲਣ ਅਰ ਨਿਵ ਚਾਲੇ, ਔਰ ਮਿੱਠਾ ਬੋਲ ਬੋਲਣਾ ਤੇ ਨਿਵੇਂ ਹੋ ਕੇ ਚੱਲਣਾ। ਕਈ ਵਾਰੀ ਉਹ ਮੁਖ ਮੇ ਰਾਮ ਰਾਮ ਬਗਲ ਮੇ ਸ਼ੁਰਾ ਵਾਲੀ ਗੱਲ ਹੈ। ਤੋ ਸਾਧ ਸੰਗਤ ਜੀ ਜੇ ਕਿਸੇ ਦੇ ਮਨ ਵਿੱਚ ਮਿਠਾਸ ਨਹੀਂ ਹੈ, ਉਤੋਂ ਉਤੋਂ ਮਿੱਠਾ ਬੋਲਦਾ, ਉਹਨੂੰ ਚੰਗਾ ਉਹ ਨਾ ਮਿੱਠਾ ਬੋਲੇ, ਘੱਟੋ ਘੱਟ ਕੋਈ ਭੁਲੇਖਾ ਤਾਂ ਨਹੀਂ ਨਾ ਖਾਵੇਗਾ। ਤੋ ਇਸ ਕਰਕੇ ਦੋ ਬਚਨ ਮਾਰਨੇ ਕੇ ਮਿੱਠਾ ਬੋਲਣਾ ਅਰ ਨਿਵ ਚਾਲੇ, ਨਿਉ ਕੇ ਚੱਲਣਾ। ਮਨ ਦੀ ਬਿਰਤੀ ਜਿਹੜੀ ਮਨ ਦੀ ਚਾਲ ਉਹ ਵੀ ਨਮਰਤਾ ਵਾਲੀ ਹੋਣੀ ਤੇ ਉਸ ਨਮਰਤਾ ਵਿੱਚੋਂ ਜਿਹੜੀ ਮਿਠਾਸ ਪੈਦਾ ਹੋਣੀ ਹੈ ਉਹ ਵਾਸਤਵਿਕ ਮਿਠਾਸ ਹੈ। ਇਹੀ ਸਾਤ ਕੀ ਹੋ ਸੁਖ ਵਾਲੇ, ਮਹਾਰਾਜ ਕਹਿੰਦੇ ਇਹ ਸ਼ਾਂਤ ਕੀ ਸੁਭਾਅ ਹੈ, ਗੁਰਸੁਖੋ ਸੁਣ ਲਵੋ। ਜਿਸ ਆਹਾਰ ਤੇ ਉਤਪਤ ਹੋਏ, ਔਰ ਕਹਿੰਦੇ ਜਿਸ ਆਹਾਰ ਭੋਜਨ ਦੇ ਨਾਲ ਇਹ ਤਮੋ ਗੁਣੀ, ਰਜੋ ਗੁਣੀ, ਸਤੋ ਗੁਣੀ ਆਦਿਕ ਬਿਰਤੀਆਂ ਪੈਦਾ ਹੁੰਦੀਆਂ ਹਨ। ਸਰਵਣ ਕਰੋ ਮਨ ਦੇ ਕਰ ਸੋਏ, ਮਨ ਦੇ ਕੇ ਸੁਣੋ ਇਹ ਬਿਰਤੀਆਂ ਕਿਸ ਭੋਜਨ ਤੋਂ ਪੈਦਾ ਹੁੰਦੀਆਂ ਹਨ। ਨਿਸਬਾਸੀ ਚਰ ਪਰਾ ਜੋ ਖਾਵੇ, ਔਰ ਨਿਸਬਾਸੀ, ਨਿਸ ਰਾਤ ਦਾ ਬਾਸਾ ਬਇਆ ਭੋਜਨ ਖਾਣਾ। ਔਰ ਦੂਸਰਾ ਚਟਪਟਾ ਖਾਣਾ, ਬਹੁਤ ਜ਼ਿਆਦਾ ਮਸਾਲੇ ਆਦਿਕ ਵਾਲਾ ਖਾਣਾ, ਤਲਿਆ ਖਾਣਾ, ਜਾਂ ਤੇ ਬਹੁਤਾ ਠੰਡਾ ਖਾਣਾ ਤੇ ਜਾਂ ਬਹੁਤ ਜ਼ਿਆਦਾ ਤੱਤਾ ਖਾਣਾ ਜੋ ਹੈ। ਬਹੁ ਸੁਪਤੈ ਪਰ ਨਿੰਦ ਅਲਾਵੈ, ਔਰ ਇਸੇ ਪ੍ਰਕਾਰ ਪਰਾਏ ਦੀ ਨਿੰਦਿਆ ਕਰਨੀ। ਔਰ ਬਹੁਤ ਜ਼ਿਆਦਾ ਸੌਣਾ ਜੋ ਹੈ। ਰਾਖੈ ਆਪਣੋ ਬੇਸ ਮਲੀਨ, ਆਪਣਾ ਬੇਸ, ਲਿਬਾਸ, ਬਸਤਰ ਆਦਿਕ ਜਿਹੜੇ ਬਹੁਤ ਮੈਲੇ ਰੱਖਣੇ। ਬੋਲੈ ਕੂਰ ਸੰਗ ਬੁੱਧਹੀਨ, ਔਰ ਇਸੇ ਪ੍ਰਕਾਰ ਝੂਠ ਬੋਲਣਾ। ਤੇ ਜਿਹੜੇ ਬੁੱਧੀਹੀਣ ਮਨੁੱਖ ਨੇ, ਜਿਨ੍ਹਾਂ ਨੂੰ ਅਕਲ ਨਹੀਂ, ਕੋਈ ਸੋਝੀ ਨਹੀਂ ਹੈ,
ਉਹਨਾਂ ਦੀ ਸੰਗਤ ਕਰਨੀ ਜੋ ਹੈ। ਇਸ ਤੇ ਤਾਮਸ ਗੁਣ ਉਪਜੰਤੇ। ਇਸ ਤੋਂ ਫਿਰ ਤਮੋ ਗੁਣੀ ਸੁਭਾਅ ਪੈਦਾ ਹੁੰਦਾ। ਫਿਰ ਇਹਨਾਂ ਬਚਨਾਂ ਨੂੰ ਆਪਾਂ ਦੁਹਰਾ ਲਈਏ। ਇੱਕ ਤਾਂ ਰਾਤ ਦਾ ਬਹਿਆ ਖਾਣਾ, ਇਹ ਸਾਧ ਸੰਗਤ ਜੀ ਲਿਖਿਆ ਹੋਇਆ ਗ੍ਰੰਥਾਂ ਵਿੱਚ ਕਿ ਨਹੀਂ ਖਾਣਾ ਚਾਹੀਦਾ ਬਹਿਆ। ਉਹਨਾਂ ਕੀ ਬਣਾਓ ਜਿੰਨਾ ਕੁ ਖਾ ਲੈਣਾ, ਦੁਬਾਰਾ ਫਿਰ ਉਦਮ ਦੇ ਨਾਲ ਸਾਧ ਸੰਗਤ ਜੀ ਬਣਾ ਕੇ ਤੇ ਛਕਣਾ ਚਾਹੀਦਾ। ਫਿਰ ਦੂਸਰਾ ਇਹ ਚਟਪਟਾ ਜਿਹੜਾ ਭੋਜਨ ਹੈ ਬਹੁਤਾ ਸਾਧ ਸੰਗਤ ਜੀ ਧਰਮੀ ਸਰੀਰ ਨੂੰ ਇਹ ਨਹੀਂ ਰਾਸ ਆਉਂਦਾ ਹੈ। ਸਾਧ ਮਰਾਦਾ ਜਿਹਾ ਭੋਜਨ ਸਾਧ ਸੰਗਤ ਜੀ ਖਾਣਾ ਚਾਹੀਦਾ, ਕਿਉਂਕਿ ਮਹਾਰਾਜ ਨੇ ਬਾਣੀ ਵਿੱਚ ਬਚਨ ਕਹੇ ਖਸਮ ਵਿਸਾਰ ਕੀਏ ਰਸ ਭੋਗ ਤਨ ਉੱਠ ਖਲੋਏ ਰੋਗ। ਉਦੋਂ ਰੋਗ ਆਦਿਕ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਔਰ ਸਾਡੀ ਜ਼ੁਬਾਨ ਰੋਗਣ ਹੋ ਜਾਂਦੀ ਹੈ। ਬਹੁਤਾ ਕੌੜਾ ਉਹੋ ਹੀ ਫਿਰ ਚੰਗਾ ਲੱਗਦਾ, ਥੋੜਾ ਕੌੜਾ ਫਿਰ ਕੌੜਾ ਨਹੀਂ ਲੱਗਦਾ। ਬਹੁਤਾ ਖੱਟਾ ਖੱਟਾ ਲੱਗਦਾ, ਥੋੜਾ ਖੱਟਾ ਫਿਰ ਖੱਟਾ ਨਹੀਂ ਲੱਗਦਾ। ਇਹ ਜ਼ੁਬਾਨ ਹੈ ਨਾ ਆਦੀ ਬਣ ਜਾਂਦੀ ਹੈ ਸਾਧ ਸੰਗਤ ਜੀ। ਸਾਡੀ ਜ਼ੁਬਾਨ ਇਹ ਬਹੁਤ ਨਰਮ ਵੀ ਹੋ ਸਕਦੀ ਹੈ ਤੇ ਬਹੁਤ ਕਰੜੀ ਵੀ ਹੋ ਸਕਦੀ। ਹੁਣੇ ਹੁਣੇ ਮਨ ਵਿੱਚ ਇੱਕ ਸਾਧ ਸੰਗਤ ਜੀ ਯਾਦ ਆ ਰਹੀ ਹੈ ਬਚਪਨ ਦੀ। ਕੋਈ ਗੁਰਮੁਖ ਰੱਬ ਦੇ ਪਿਆਰੇ, ਨਾਮ ਲੈਣਾ ਠੀਕ ਨਹੀਂ, ਪੁਰਾਣੀ ਗੱਲ ਹੋਵੇ 2007 ਦੀ, ਕਿਤੇ ਗਏ ਬਾਹਰ ਸਮਾਗਮ ਤੇ ਹੈਰਾਨਗੀ ਦੀ ਗੱਲ ਸਾਧ ਸੰਗਤ ਜੀ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ, ਇੰਨਾ ਗਰਮ ਦੁੱਧ ਉਹ ਛਕ ਲੈਂਦੇ ਸਨ ਕਿ ਵਿਸ਼ਵਾਸ ਨਹੀਂ ਸੀ ਹੁੰਦਾ, ਯਕੀਨ ਨਹੀਂ ਸੀ ਹੁੰਦਾ। ਜਿਹਨੂੰ ਆਪਾਂ ਕਹਿੰਦੇ ਉਬਲਦਾ ਦੁੱਧ, ਐਨ ਕਾੜਿਆ ਦੁੱਧ ਲਿਆ ਕੇ ਬਾਟੇ 'ਚ ਪਾਇਆ ਤੇ ਉਹ ਛਕ ਲੈਂਦੇ ਸਨ। ਤੇ ਅਸੀਂ ਹੈਰਾਨ ਹੋਣਾ, ਵਿਸ਼ਵਾਸ ਨਾ ਹੋਣਾ। ਫਿਰ ਉਹਨਾਂ ਨੂੰ ਕਹਿਣਾ ਵੀ ਇਹ ਛਕ ਕੇ ਦਿਖਾਓ, ਉਂਗਲ ਨਹੀਂ ਸੀ ਲੱਗਦੀ ਬਾਟੇ ਨੂੰ। ਸਾਧ ਸੰਗਤ ਜੀ ਸੇਕ ਆਉਂਦਾ ਉਹਦੇ ਵਿੱਚੋਂ ਤੇ ਫਿਰ ਛਕ ਲੈਂਦੇ ਸਨ। ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਜਿਹੜੀ ਸਾਡੀ ਜ਼ੁਬਾਨ ਹੈ ਬਹੁਤ ਨਰਮ ਵੀ ਹੋ ਸਕਦੀ ਹੈ ਤੇ ਬਹੁਤ ਜ਼ਿਆਦਾ ਕਰੜੀ ਵੀ ਹੋ ਸਕਦੀ। ਇਹਨੂੰ ਨਰਮ ਰੱਖਣ ਵਿੱਚ ਸਾਧ ਸੰਗਤ ਜੀ ਸਾਡੀ ਬਿਰਤੀ ਹਿੰਸਕ ਨਹੀਂ ਹੋਵੇਗੀ। ਇਹਨੂੰ ਨਰਮ ਰੱਖਣ ਵਿੱਚ ਸਾਡੀ ਬਿਰਤੀ ਜਿਹੜੀ ਹਿੰਸਕ ਨਹੀਂ ਹੋਵੇਗੀ। ਬਾਣੀ ਵਿੱਚ ਬਚਨ ਆਉਂਦਾ ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਏ। ਕਈ ਲੋਕ ਦੁੱਧ ਵਿੱਚ ਵੀ ਮਿੱਠਾ ਪਾ ਕੇ ਪੀਂਦੇ ਨੇ। ਇਹ ਗੱਲ ਬੜੀ ਸਮਝ ਤੋਂ ਪਰੇ ਦੀ ਹੈ, ਜਦੋਂ ਕਿ ਦੁੱਧ ਵਾਸਤਵਿਕ ਮਿੱਠਾ ਪਦਾਰਥ ਹੈ। ਕਦੇ ਚੌਂਕੜਾ ਮਾਰ ਕੇ, ਸਰੀਰ ਢਿੱਲਾ ਛੱਡ ਕੇ, ਮੋਬਾਈਲ ਟੀਵੀ ਬੰਦ ਕਰਕੇ ਸੋ ਸਾਧਨ ਸੰਪੰਨ ਦੁੱਧ ਨੂੰ ਛਕੋ। ਸਾਧ ਸੰਗਤ ਜੀ ਉਹਦੇ ਵਿੱਚੋਂ ਵੀ ਮਿਠਾਸ ਪੈਦਾ ਹੋ ਜਾਏਗੀ। ਅਸੀਂ ਬਹੁਤ ਜ਼ਿਆਦਾ ਮਿੱਠਾ ਖਾਂਦੇ ਆ, ਇਸ ਕਰਕੇ ਥੋੜੀ ਮਿਠਾਸ ਸਾਨੂੰ ਮਹਿਸੂਸ ਨਹੀਂ ਹੁੰਦੀ। ਤੇ ਬਹੁਤ ਜ਼ਿਆਦਾ ਕੌੜਾ ਖਾਂਦੇ ਆ ਤੇ ਇਸ ਕਰਕੇ ਸਾਨੂੰ ਬਹੁਤ ਥੋੜਾ ਬਹੁਤਾ ਕੌੜਾ ਨਹੀਂ ਲੱਗਦਾ। ਜ਼ੁਬਾਨ ਹੈ ਨਾ ਇਹ ਰੋਗਣ ਹੋ ਜਾਂਦੀ ਹੈ ਸਾਧ ਸੰਗਤ ਜੀ। ਇਹਦੇ ਨਾਲ ਫਿਰ ਹਿੰਸਾ ਜਿਹੜੀ ਹੈ ਉਹ ਪੈਦਾ ਹੁੰਦੀ, ਕਿਉਂਕਿ ਭੋਜਨ ਦਾ ਸਾਡੇ ਮਨ ਉੱਪਰ ਬਹੁਤ ਗਹਿਰਾ ਅਸਰ ਹੁੰਦਾ, ਅਚੇਤਨ ਮਨ ਉੱਪਰ ਸਾਡਾ ਅਸਰ ਹੁੰਦਾ। ਤੇ ਮਹਾਰਾਜ ਕਹਿੰਦੇ ਇਹਦੇ ਨਾਲ ਫਿਰ ਤਾਮਸੀ ਸੁਭਾਅ, ਕ੍ਰੋਧ ਵਾਲਾ ਸੁਭਾਅ ਜਿਹੜਾ ਚਟਪਟਾ ਆਦਿ ਖਾਣ ਦੇ ਨਾਲ ਇਹ ਕ੍ਰੋਧ ਵਾਲਾ ਜਿਹੜਾ ਸੁਭਾਅ ਹੈ ਉਹ ਉਤਪੰਨ ਹੋ ਜਾਂਦਾ ਹੈ। ਔਰ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਇਹ ਜਿਹੜੇ ਔਗਣ ਨੇ ਮੇਰਾ ਸਿੱਖ ਇਹਨਾਂ ਦਾ ਤਿਆਗ ਕਰੇ, ਬਹੁਤਾ ਨਾ ਸੌਵੇਂ, ਪਰਾਏ ਦੀ ਨਿੰਦਿਆ ਨਾ ਕਰੇ, ਆਪਣੇ ਬਸਤਰ ਜਿਹੜੇ ਨੇ ਉਹ ਮਲੀਨ ਨਾ ਰੱਖੇ। ਖਾਸ ਕਰਕੇ ਸਿਰ ਦੀ ਦਸਤਾਰ ਜਿਹੜੀ ਕੇਸਕੀ ਹੈ ਉਹ ਕਦੀ ਮੈਲੀ ਨਹੀਂ ਰੱਖਣੀ ਚਾਹੀਦੀ। ਜਿਹਦੇ ਸਿਰ ਦੀ ਦਸਤਾਰ ਮੈਲੀ ਹੋਵੇਗੀ ਸਾਧ ਸੰਗਤ ਜੀ ਗੁਰੂ ਕੇ ਖਾਲਸਾ ਜੀਓ ਉਹਦੀ ਬੁੱਧ ਜਿਹੜੀ ਹੈ ਭ੍ਰਿਸ਼ਟ ਹੋ ਜਾਂਦੀ ਹੈ। ਤੋ ਇਸ ਪ੍ਰਕਾਰ ਪਾਗ ਚੁਗੇ ਚੁਨੇ ਕਰ ਬੰਦਈ ਦਾਤਨ ਨੀਤ ਕਰੇ ਉਠ ਨਾ ਦੁਖ ਪਾਵੈ ਲਾਲ ਜੀ। ਦਸਤਾਰ ਨੂੰ ਧੋ ਕੇ ਤੇ ਚੁਣ ਕੇ ਸਾਧ ਸੰਗਤ ਜੀ ਬੰਨਣਾ ਚਾਹੀਦਾ। ਕੱਪੜੇ ਭਾਵੇਂ ਥੋੜੇ ਹੋਣ ਤੇ ਪੁਰਾਣੇ ਹੋਣ ਪਰ ਧੋਤੇ ਜ਼ਰੂਰ ਹੋਣ। ਧੋ ਕੇ ਜਿਹੜੇ ਬਸਤਰ ਨੇ ਗੁਰੂ ਕੇ ਸਿੱਖ ਨੂੰ ਸਜਾਉਣੇ ਚਾਹੀਦੇ, ਭਾਵੇਂ ਸਾਧ ਮਰਾਦੇ ਹੋਣ, ਭਾਵੇਂ 2-4 ਕੱਪੜੇ ਹੋਣ। ਕਈ ਸਿੰਘ ਦੇਖੇ ਇਸ ਤਰ੍ਹਾਂ 2-4 ਹੀ ਕੱਪੜੇ ਰੱਖਣੇ, ਇੱਕ ਧੋ ਲੈਣਾ ਦੂਜਾ ਪਾ ਲੈਣਾ। ਲੇਕਿਨ ਗੰਦੇ ਕੱਪੜੇ ਜਿਹੜੇ ਨੇ ਸਾਧ ਸੰਗਤ ਜੀ ਉਹ ਨਹੀਂ ਸਜਾਉਣੇ ਚਾਹੀਦੇ ਗੁਰੂ ਕੇ ਸਿੱਖ ਨੂੰ ਬਾਹਰੀ ਤੌਰ ਤੇ, ਕਿਉਂਕਿ ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਗੁਰੂ ਕਾ ਸਿੱਖ ਬਾਹਰੋਂ ਵੀ ਨਿਰਮਲ ਹੋਵੇ ਤੇ ਅੰਦਰੋਂ ਵੀ ਨਿਰਮਲ ਹੋਵੇ। ਜਿਹੜਾ ਬਾਹਰੋਂ ਕੱਲਾ ਨਿਰਮਲ ਹੈ ਅੰਦਰੋਂ ਨਿਰਮਲ ਨਹੀਂ, ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤੇ ਸਾਧ ਸੰਗਤ ਜੀ ਉਹ ਵੀ ਪ੍ਰਮਾਣ ਨਹੀਂ ਹੈ। ਪਰ ਗੁਰੂ ਕਾ ਸਿੱਖ ਐਸਾ ਨਾ ਹੋਵੇ ਕਿ ਕੱਲਾ ਮਨ ਵੱਲ ਹੀ ਧਿਆਨ ਦੇਵੇ, ਤਨ ਵੱਲ ਸਰੀਰ ਵੱਲ ਧਿਆਨ ਦੇਵੇ ਨਾ। ਗੁਰੂ ਕੇ ਸਿੱਖ ਦਾ ਸਾਧ ਸੰਗਤ ਜੀ ਸੰਤੁਲਨ ਵਾਲਾ ਜੀਵਨ ਹੋਵੇ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਇੱਥੇ ਉਪਦੇਸ਼ ਦ੍ਰਿੜ ਕਰਾ ਰਹੇ ਨੇ ਆਪਣੀ ਰਸਨਾ ਤੋਂ। ਮਹਾਰਾਜ ਕਹਿੰਦੇ ਮੇਰਾ ਸਿੱਖ ਜਿਹੜਾ ਹੈ ਉਹ ਇਹਨਾਂ ਔਗਣਾਂ ਦਾ ਤਿਆਗ ਕਰੇ, ਬਹੁਤਾ ਨਾ ਸੋਵੇ ਔਰ ਚਟਪਟਾ ਨਾ ਖਾਵੇ, ਪਰਾਈ ਨਿੰਦਿਆ ਨਾ ਕਰੇ ਔਰ ਆਪਣਾ ਬੇਸ ਜਿਹੜਾ ਹੈ, ਬਾਣਾ ਜਿਹੜਾ ਹੈ ਉਹਨੂੰ ਮਲੀਨ ਨਾ ਰੱਖੇ।
ਸਾਫ ਸੁਥਰੇ ਕੱਪੜੇ ਜਿਹੜੇ ਐ ਜੈਸੇ ਸਰੇ ਬਣੇ ਉਹਨੂੰ ਪਾ ਕੇ ਰੱਖੇ ਤੇ ਝੂਠ ਨਾ ਬੋਲੇ। ਇਹ ਔਗਣ ਜਿਹੜੇ ਨੇ ਇਹਨਾਂ ਦੇ ਨਾਲ ਤਾਮਸੀ ਜਿਹੜਾ ਤਮੋ ਗੁਣੀ ਸੁਭਾਅ ਹੈ ਉਹ ਪੈਦਾ ਹੁੰਦਾ ਹੈ। ਮਧੁਰ ਸਲਵਣ ਆਹਾਰ ਕਰਨ ਤੇ ਅੱਗੇ ਆ ਗਿਆ ਰਾਜਸੀ ਸੁਭਾਅ ਰਜੋ ਗੁਣੀ, ਮਿੱਠਾ ਬਹੁਤ ਜ਼ਿਆਦਾ ਖਾਣਾ ਤੇ ਸਲੂਣੇ ਜਿਹੜੇ ਭੋਜਨ ਹਨ ਉਹ ਖਾਣੇ। ਇਸਤਰੀ ਰਾਵਣ ਸੁਜਸ ਕੋ ਚਹ ਤੇ ਪਰ ਇਸਤਰੀ ਗਾਮੀ ਹੋਣਾ, ਔਗਣਿਆਰੇ ਹੋਣਾ, ਕਰੈਕਟਰਹੀਣ ਹੋਣਾ, ਜੀਵਨ ਵਿੱਚ ਕੋਈ ਆਚਰਣ ਉੱਚਾ ਨਾ ਹੋਣਾ। ਔਰ ਸੁਜਸ ਕੋ ਚਹ ਤੇ ਬਹੁਤ ਜ਼ਿਆਦਾ ਜਸ ਹੁੰਦਾ, ਮੂੰਹ ਤੇ ਆਪਣੇ ਮੂੰਹ ਤੇ ਜਸ ਕਰਾਉਣਾ, ਕਹਿ ਦੇਣਾ ਵੀ ਮੇਰਾ ਨਾਮ ਲਿਆ ਕਰੋ, ਅਖੇ ਮੇਰੀ ਸ਼ੋਭਾ ਕਰਿਆ ਕਰੋ। ਜਿਵੇਂ ਅੱਜ ਕੱਲ੍ਹ ਬੜਾ ਰਿਵਾਜ ਬਣ ਗਿਆ ਨਾ, ਉਹ ਕਹਿੰਦਾ ਤੂੰ ਮੈਨੂੰ ਮਹਾਨ ਕਹਾ, ਮੈਂ ਤੈਨੂੰ ਮਹਾਨ ਕਵਾਂਗਾ। ਇਹ ਸਾਧ ਸੰਗਤ ਜੀ ਮਹਾਰਾਜ ਦੇ ਘਰੇ ਵਡਿਆਈਆਂ ਨਹੀਂ ਭਲਣੀਆਂ ਚਾਹੀਦੀਆਂ। ਗਰੀਬ ਨਵਾਜ ਮਹਾਰਾਜ ਦੇ ਘਰੇ ਤੇ ਸਿੱਖ ਸਿਦਕ ਵਾਲਾ ਹੁੰਦਾ ਤੇ ਇਸ ਪ੍ਰਕਾਰ ਵਡਿਆਈਆਂ ਕਰਾਉਣ ਵਾਲਿਆਂ ਨੂੰ ਬਾਅਦ ਵਿੱਚ ਕੋਈ ਵੀ ਨਹੀਂ ਪੁੱਛਦਾ ਹੁੰਦਾ। ਜਿਨ੍ਹਾਂ ਜਿਹੜੇ ਮਹਾਰਾਜ ਨੂੰ ਸਾਰੀ ਵਡਿਆਈ ਸਤਿਗੁਰਾਂ ਨੂੰ ਦਿੰਦੇ ਨੇ ਕਿ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਹੈ ਮੇਰਾ, ਉਹਨਾਂ ਦਾ ਨਾਮ ਗੁਰੂ ਸੰਸਾਰ ਤੇ ਜ਼ਾਹਰ ਰੱਖਦਾ। ਕੋਈ ਛਪਾਉਣਾ ਵੀ ਚਾਹੇ ਤੇ ਉਹਨਾਂ ਦਾ ਨਾਮ ਨਹੀਂ ਛਿਪਦਾ। ਇਸ ਕਰਕੇ ਬਹੁਤ ਵੱਡਾ ਔਗਣ ਸਾਧ ਸੰਗਤ ਜੀ ਪੰਥ ਵਿੱਚ ਆ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਪੁਰਾਣੇ ਬਜ਼ੁਰਗਾਂ ਮਹਾਂਪੁਰਖਾਂ ਦੀ ਕਥਾ ਸੁਣ ਲਓ। ਬਾਬਾ ਈਸਰ ਸਿੰਘ ਸਾਹਿਬ ਜੀ ਰਾੜੇ ਵਾਲੇ ਕਿਸੇ ਦੀ ਉਸਤਤੀ ਨਿੰਦਿਆ ਨਹੀਂ ਕਰਦੇ। ਸ਼੍ਰੀਮਾਨ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤਾ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਮਹਾਂਪੁਰਖ, ਸਾਧ ਸੰਗਤ ਜੀ ਸਾਰੀ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ 27 ਵਾਰ ਕਰੀ ਉਹਨਾਂ ਨੇ, ਤੇ ਉਹਨਾਂ ਦੀ ਕਥਾ ਵੀ ਸੁਣੀ ਜਾ ਸਕਦੀ ਹੈ ਧਿਆਨ ਨਾਲ, ਪੁਰਾਣੇ ਰਿਕਾਰਡ ਹੈ। ਤੋ ਸਾਧ ਸੰਗਤ ਜੀ ਕਿਸੇ ਦੀ ਨਿੰਦਿਆ, ਕਿਸੇ ਦਾ ਜਸ ਨਹੀਂ ਕਰਦੇ। ਕਿਧਰੇ ਕਿਧਰੇ ਜੇ ਕੋਈ ਬਚਨ ਕਰਨਾ ਤੇ ਸਵਾਇਆ ਜਿਹਾ ਬਚਨ ਕਰਨਾ, ਉਹ ਸਿਰਫ ਇਸ ਕਰਕੇ ਕਰਨਾ ਵੀ ਹੋਰ ਗੁਰਸਿੱਖਾਂ ਦੇ ਅੰਦਰ ਸੇਵਾ ਦੀ ਭਾਵਨਾ ਜਿਹੜੀ ਹੈ ਜਾਗੇ। ਤੇ ਜੇ ਕਿਸੇ ਦੀ ਵਡਿਆਈ ਦਾ ਬਚਨ ਵੀ ਕਰਨਾ ਤੇ ਉਦੋਂ ਕਰਨਾ ਜਦੋਂ ਸਾਹਮਣੇ ਨਹੀਂ ਹੋਵੇ। ਤੋ ਇਸ ਪ੍ਰਕਾਰ ਸਾਧ ਸੰਗਤ ਜੀ ਇਹਦੇ ਨਾਲ ਕੀ ਹੁੰਦਾ, ਸੁਣਨ ਵਾਲਿਆਂ ਵਿੱਚ ਫਿਰ ਉਹ ਨੀਵਾਂ ਪੱਖ ਜਿਹੜਾ ਢੈਂਦੀ ਕਲਾ ਜਿਹੜੀ ਹੈ ਉਹ ਆਉਂਦੀ ਹੈ। ਤੇ ਕੋਈ ਕਿਸੇ ਦਾ ਸੁਭਾਅ ਹੁੰਦਾ ਨਾਮ ਲੈਣ ਦਾ ਤੇ ਕਿਸੇ ਦਾ ਸੁਭਾਅ ਨਾ ਲੈਣ ਦਾ ਹੁੰਦਾ, ਤੇ ਜਿਨ੍ਹਾਂ ਦਾ ਸੁਭਾਅ ਨਾਮ ਨਹੀਂ ਲੈਣ ਦਾ ਹੁੰਦਾ ਫਿਰ ਉਹਨਾਂ ਨੂੰ ਵਿਚਰਦਿਆਂ ਹੋਇਆਂ ਬਹੁਤ ਜ਼ਿਆਦਾ ਫਿਰ ਰੁਕਾਵਟਾਂ ਆਉਂਦੀਆਂ ਨੇ ਜੀਵਨ ਵਿੱਚ। ਤੋ ਇਸ ਪ੍ਰਕਾਰ ਇਹ ਚਾਪਲੂਸੀਆਂ ਵਾਲੇ ਸੁਭਾਅ ਜਿਹੜੇ ਨੇ ਇਹ ਗੁਰੂ ਕੇ ਸਿੱਖ ਨੂੰ ਨਹੀਂ ਬਣਾਉਂਦੇ। ਗੁਰੂ ਕਾ ਸਿੱਖ ਤੇ ਸਿੱਧੀ ਸਿੱਧੀ ਲਕੀਰ ਤੇ ਚੱਲੇ ਜਿਹੜੀ ਮਹਾਰਾਜ ਨੇ ਸਾਧ ਸੰਗਤ ਜੀ ਬਣਾਈ ਗਰੀਬ ਨਵਾਜ ਮਹਾਰਾਜ ਦੀ ਮਰਜ਼ਾਦਾ ਵਾਲੀ। ਇਹ ਰਾਜਸੀ ਸੁਭਾਅ ਹੈ। ਗਰੀਬ ਨਵਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੁਜਸ ਕੋਚ ਹੈ, ਆਪਣਾ ਜਸ ਆਪਣੀ ਵਡਿਆਈ ਆਪ ਚਾਹੁਣੀ। ਤੋ ਇਸ ਪ੍ਰਕਾਰ ਇਹਦੇ ਤੋਂ ਰਾਜਸੀ ਗੁਣ ਸੋ ਰਾਜਸੀ ਇਸਤੇਲ ਹੈ। ਇਸ ਤੋਂ ਰਜੋਗੁਣੀ ਸੁਭਾਅ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਭਾਈ। ਉਜਲ ਬਸਤਰ ਕਰਨ ਇਸਨਾਨ ਔਰ ਉਜਲ ਕੱਪੜੇ ਪਾਉਣੇ, ਹਰ ਵੇਲੇ ਲੇਪਨ ਆਦਿਕ ਦੇ ਨਾਲ ਇਸ਼ਨਾਨ ਕਰਨਾ, ਸੱਜ ਧੱਜ ਕੇ ਰਹਿਣਾ। ਚਾਵਰ ਦਾਲ ਅਲਪ ਕਰ ਖਾਨ ਔਰ ਚਾਵਲ ਆਦਿਕ ਦਾਲ ਆਦਿਕ ਜਿਹੜੇ ਸਾਦੇ ਜੇ ਭੋਜਨ ਹਨ ਉਹ ਛਕਣੇ। ਹੋਏ ਸ਼ਾਂਤ ਕੀ ਗੁਣ ਇਨ ਕਰੇ, ਇਹਨਾਂ ਨੂੰ ਕਰਨ ਦੇ ਨਾਲ ਜਿਹੜੇ ਸ਼ਾਂਤਕੀ ਗੁਣ ਹਨ ਉਹ ਪੈਦਾ ਹੁੰਦੇ ਹਨ। ਇਨਹੁ ਪਰਿਖਿਆ ਕੋ ਇਮ ਧਰੇ, ਇਹਨਾਂ ਦੀ ਪ੍ਰੀਖਿਆ ਇਸ ਤਰ੍ਹਾਂ ਭਾਈ ਤੁਹਾਨੂੰ ਦੱਸੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਮਨ ਮੁਖ ਸ਼ਬਦ ਬਦਨ ਦ੍ਰਿਕ ਕਰੀਐ। ਸਨਮੁਖ ਸ਼ਬਦ ਜਦੋਂ ਮਹਾਰਾਜ ਦੇ ਬਾਣੀ ਦਾ ਸ਼ਬਦ ਗਾਇਆ ਜਾ ਰਿਹਾ ਹੋਵੇ ਉਦੋਂ ਆਪਣੇ ਦ੍ਰਿਗ ਨੇਤਰ ਅਤੇ ਬਦਨ ਮੁਖੜਾ ਜਿਹੜਾ ਹੈ ਮਹਾਰਾਜ ਦੇ ਸਨਮੁਖ ਬਣਾ ਕੇ ਰੱਖਣਾ। ਅਰਥ ਵਾਸਤਵ ਸਮਝ ਸੋ ਤਰੀਐ, ਉਸ ਸ਼ਬਦ ਦਾ ਜੋ ਵਾਸਤਵਿਕ ਅਰਥ ਹੈ ਉਹ ਸ਼ਬਦ ਦਾ ਜਿਹੜਾ ਸਿਧਾਂਤ ਹੈ ਮਨ ਟਿਕ ਰਹੇ ਡੋਲਹਿ ਨ ਜਾਏ। ਉਹਨੂੰ ਹਿਰਦੇ ਵਿੱਚ ਧਾਰਨ ਕਰਨਾ, ਆਪਣੇ ਮਨ ਨੂੰ ਕਦੇ ਟਿਕਾਉਣ ਇਸੇ ਪ੍ਰਕਾਰ ਡੋਲਣ ਨਹੀਂ ਦੇਣਾ, ਟਿਕਾ ਕੇ ਰੱਖਣਾ ਹੈ। ਤੋ ਗੁਣ ਸ਼ਾਂਤ ਕੇ ਲਖ ਪਾਏ, ਇਹ ਸ਼ਾਂਤ ਕੀ ਗੁਣ ਹਨ ਗੁਰਸਿੱਖਾਂ ਦੇ ਹਿਰਦੇ ਵਿੱਚ ਆਉਂਦੇ ਹਨ। ਕਬ ਮਨ ਟਿਕੈ ਡੋਲ ਕਬ ਧਾਵੈ, ਕਦੇ ਮਨ ਟਿਕਦਾ ਕਦੇ ਡੋਲ ਕੇ ਜੇ ਧਾ ਜਾਵੇ ਮਨ ਦੌੜ ਜਾਵੇ ਇੱਧਰ ਉੱਧਰ। ਇਹੀ ਰਾਜਸੀ ਗੁਣ ਆਦਿਕਾਵੈ, ਕਹਿੰਦੇ ਇਸ ਪ੍ਰਕਾਰ ਇਹ ਰਾਜਸੀ ਗੁਣ ਹਨ। ਕਵੀ ਗਾਉਂਦੇ ਹਨ ਆਦਿ ਕਵੀ, ਜੇ ਨ ਠਹਿਰੈ ਸਮਝ ਨ ਆਵੈ। ਜੇ ਮਨ ਠਹਿਰੇ ਨਾ
ਤੇ ਮਨ ਨੂੰ ਸਮਝ ਨਾ ਆਵੇ ਗੁਰੂ ਕਾ ਉਪਦੇਸ਼। ਇਹੀ ਤਾਮਸੀ ਗੁਣ ਵਰਤਾਵੈ ਇਹ ਤਾਮਸੀ ਗੁਣ ਵਰਤਾਇਆ ਹੈ। ਸਤਿਗੁਰ ਤੇ ਬਿਰਤ ਹੋਏ ਇਕਾਗਰ। ਮਹਾਰਾਜ ਕਹਿੰਦੇ ਸਤਿਗੁਰਾਂ ਦਾ ਸਿਮਰਨ ਭਜਨ ਕਰਨ ਦੇ ਨਾਲ ਬਿਰਤੀ ਇਕਾਗਰ ਹੋ ਜਾਂਦੀ ਹੈ। ਪ੍ਰਾਪਤ ਆਤਮ ਗਿਆਨ ਉਜਾਗਰ। ਫਿਰ ਪ੍ਰਗਟ ਹੀ ਆਤਮ ਗਿਆਨ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਧਾਰੋ ਸੂਰ ਸੁਨੋ ਕਰ ਪ੍ਰੀਤ। ਤੇ ਗਰੀਬ ਨਿਵਾਜ ਮਹਾਰਾਜ ਕਹਿੰਦੇ ਭਾਈ ਧਾਰੋ ਸੂਦ ਜੀ ਸੁਣੋ ਪ੍ਰੇਮ ਦੇ ਸਹਿਤ ਇਹ ਬਚਨ। ਬਹਿਰ ਬੈਰੀਆਂ ਲੈ ਇੱਕ ਜੀਤ। ਕਹਿੰਦੇ ਜਿਵੇਂ ਗੁਰਮੁਖ ਇਸੇ ਪ੍ਰਕਾਰ ਸਿਪਾਹੀ ਲੋਕ ਜਿਹੜੇ ਨੇ ਉਹ ਬਾਹਰ ਦੇ ਦੁਸ਼ਮਣਾਂ ਨੂੰ ਜਿੱਤ ਲੈਂਦੇ ਹਨ। ਤਿਨ ਕੋ ਜਸ ਢਾਡੀ ਬਹੁ ਗਾਵੈ। ਉਹਨਾਂ ਸੂਰਮਿਆਂ ਦਾ ਜਸ ਢਾਡੀ ਨਕੀਬ ਭਾਟ ਲੋਕ ਗਾਉਂਦੇ ਹਨ। ਕੇਤਕ ਦਿਨ ਲੋ ਜਗ ਪ੍ਰਗਟਾਵੈ। ਉਹਨਾਂ ਦੀ ਵਡਿਆਈ ਤਾਂ ਕੁਝ ਕੁ ਦਿਨ ਹੀ ਸੰਸਾਰ ਤੇ ਰਹਿੰਦੀ ਹੈ। ਇੱਕ ਮਨ ਰਿਪ ਕੋ ਜੀਤਨ ਕਰੈ। ਇਹਦੇ ਮੁਕਾਬਲੇ ਕਈ ਗੁਰਮੁਖ ਨੇ ਜਿਨ੍ਹਾਂ ਨੇ ਮਨ ਦੁਸ਼ਮਣ ਨੂੰ ਜਿੱਤ ਲਿਆ ਹੈ। ਤਿਨ ਜਸ ਵੇਦ ਸੰਤ ਨਿਤ ਰਰੈ। ਕਹਿੰਦੇ ਉਹਨਾਂ ਦਾ ਜਸ ਵੇਦ ਅਤੇ ਸੰਤ ਲੋਕ ਜਿਹੜੇ ਨੇ ਸਦਾ ਹੀ ਗਾਉਂਦੇ ਹਨ। ਸੋਨ ਸਾਈ ਦਿੱਤਾ ਸੇ ਸਾਧ। ਮਹਾਰਾਜ ਕਹਿੰਦੇ ਭਾਈ ਸਾਈਂ ਦਿੱਤਾ ਜੀ ਸੁਣੋ ਉਹ ਸਾਧੂ ਹਨ। ਮਨ ਜੁਤ ਲਹਿ ਰਿਖੀ ਕਿਨ ਸਾਧ। ਜਿਹੜਾ ਮਨ ਦੇ ਸਹਿਤ ਜਿੱਤ ਲੈਂਦਾ ਹੈ ਇੰਦਰੀਆਂ ਨੂੰ, ਇੰਦਰੀਆਂ ਸਰੀਰ ਨੂੰ ਵੀ ਜਿੱਤ ਲੈਣਾ। ਮਨ ਨੂੰ ਤੇ ਜਿਤਨਾ ਸਰੀਰ ਨੂੰ ਜਿਤੈ ਲਾਇਨ ਤਿਤੈ ਲੱਗਦੀਆਂ ਨਾ ਖਿੰਜੋ ਤਾੜਾ। ਤੁਲਸਾ ਸੁਨੋ ਭਗਤ ਸੇ ਦਾਸ। ਮਹਾਰਾਜ ਕਹਿੰਦੇ ਤੁਲਸਾ ਜੀਓ ਸੁਣੋ ਉਹ ਭਗਤ ਹਨ। ਜੀ ਹਾਂ ਉਹ ਰੱਬ ਦੇ ਦਾਸ ਹਨ। ਕੌਣ? ਰਾਮ ਨਾਮ ਬਿਨ ਬਾਦਨ ਸਵਾਸ। ਕਹਿੰਦੇ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇੱਕ ਸਵਾਸ ਵੀ ਬਿਰਥ ਨਹੀਂ ਜਾਂਦਾ ਹੈ। ਹਿਰਦੈ ਸ਼ਾਂਤ ਗੁਣ ਤੇ ਬਿਰਧਾਵ। ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਸ਼ਾਂਤ ਕੀ ਗੁਣ ਆਉਂਦੇ ਨੇ। ਤੁਸੀਂ ਵੀ ਆਪਣੇ ਹਿਰਦੇ ਦੇ ਸ਼ਾਂਤ ਕੀ ਸੁਭਾਅ ਗੁਣਾਂ ਨੂੰ ਧਾਰਨ ਕਰੋ। ਸ਼ਾਂਤ ਗਿਆਨ ਦਾ ਤਬ ਮੁਖ ਪਾਵੋ। ਕਹਿੰਦੇ ਉਸ ਵੇਲੇ ਗਿਆਨ ਦੇਣ ਸ਼ਾਂਤੀ ਦੇਣ ਵਾਲਾ ਗਿਆਨ ਬ੍ਰਹਮ ਗਿਆਨ ਜੋ ਹੈ ਉਹ ਪ੍ਰਾਪਤ ਹੋ ਜਾਵੇਗਾ। ਜਦੋਂ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਸਾਧ ਸੰਗਤ ਜੀ ਫਿਰ ਤਿੰਨਾਂ ਗੁਣਾਂ ਤੋਂ ਉੱਪਰ ਰਜਗੁਣ ਤਮਗੁਣ ਸਤਗੁਣ ਕਹੀਏ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਪਾਛਲ ਰਾਤ ਮੋਹ ਕੋ ਜਾਲ। ਪਿਛਲੀ ਰਾਤ ਜਦੋਂ ਅੰਮ੍ਰਿਤ ਵੇਲਾ ਹੋਵੇ ਮੋਹ ਆਦਿ ਖਤਮ ਕਰਕੇ ਸਿੱਖ ਜਾਗਤ ਹੈ ਨਾਮ ਸੰਭਾਲ। ਮਹਾਰਾਜ ਕਹਿੰਦੇ ਮੇਰੇ ਸਿੱਖ ਜਿਹੜੇ ਨੇ ਅੰਮ੍ਰਿਤ ਵੇਲੇ ਜ਼ਰੂਰ ਜਾਗਦੇ ਉੱਠ ਕੇ ਨਾਮ ਦੀ ਸੰਭਾਲ ਕਰਦੇ ਨਾਮ ਜਪਦੇ। ਸੁਦਤ ਨਗਨ ਕੋ ਦੇਖੈ ਨਾਹੀ। ਤੇ ਕਿਸੇ ਨੂੰ ਭੁੱਖੇ ਨੂੰ ਅਤੇ ਨੰਗੇ ਨੂੰ ਦੇਖ ਨਹੀਂ ਸਕਦੇ ਹਨ। ਕਰਹਿ ਕਾਮਨਾ ਪੂਰਨ ਤਾਹੇ। ਜੇ ਕੋਈ ਭੁੱਖਾ ਨੰਗਾ ਆ ਜਾਵੇ ਉਹਦੇ ਮਨ ਦੀ ਇੱਛਾ ਪੂਰੀ ਕਰ ਦੇਣੀ। ਇੱਕ ਤੇ ਜੇ ਨਾ ਕਾਮਨਾ ਪੂਰੈ। ਜੇ ਕਿਸੇ ਦੀ ਜ਼ਰੂਰਤ ਬਹੁਤ ਵੱਡੀ ਹੋਵੇ ਕੋਈ ਇਕੱਲਾ ਨਾ ਪੂਰਾ ਕਰ ਸਕਦਾ ਹੋਵੇ ਸਿੱਖ ਸਭ ਮਿਲ ਕਰ ਤਿਸ ਦੈਬੋ ਕਰੈ। ਇਹ ਕਹਿੰਦੇ ਸਾਰੇ ਗੁਰਸਿੱਖਾਂ ਨੇ ਫਿਰ ਮਿਲ ਕੇ ਉਸ ਗੁਰਸਿੱਖ ਦੀ ਇੱਛਾ ਪੂਰੀ ਕਰ ਦੇਣੀ। ਧੀ ਭੈਣ ਆਦਿਕ ਦਾ ਵਿਆਹ ਕਰ ਦੇਣਾ, ਕਰਜ਼ਾ ਆਦਿਕ ਉਤਾਰ ਦੇਣਾ, ਬਿਮਾਰੀ ਆਦਿਕ ਦਾ ਇਲਾਜ ਕਰਵਾ ਦੇਣਾ। ਸਤ ਸੰਗਤ ਮਗਵਾ ਸਮ ਹੋਏ। ਸਤ ਸੰਗਤ ਜਿਹੜੀ ਹੈ ਭਾਈ ਇਹ ਤਾਂ ਬੱਦਲ ਦੀ ਤਰ੍ਹਾਂ ਹੈ। ਨੀਵੇਂ ਹੋਏ ਕਰ ਬਰਖਤ ਸੋਏ। ਜਿਵੇਂ ਬੱਦਲ ਨੀਵੇਂ ਹੋ ਕੇ ਬਰਖਦੇ ਨੇ ਇਵੇਂ ਸੰਗਤ ਜਿਹੜੀ ਹੈ ਸਾਧ ਸੰਗਤ ਜੀ ਦਿੰਦੀ ਵੀ ਹੈ ਸਾਰਾ ਕੁਝ ਤੇ ਫੇਰ ਵੀ ਨਿਮਰਤਾ ਹੀ ਰੱਖਦੀ। ਕਈ ਵਾਰੀ ਕਈ ਗੁਰੂ ਦੇ ਪਿਆਰੇ ਸਾਧ ਸੰਗਤ ਜੀ ਮਹਾਰਾਜ ਦਾ ਜਸ ਸੁਣਦੇ, ਮਹਾਰਾਜ ਦੀ ਵਡਿਆਈ ਸੁਣਦੇ ਤੇ ਫੇਰ ਕਹਿੰਦੇ ਬੜੀ ਸੋਹਣੀ ਕਥਾ ਹੋਈ। ਇਹ ਨਹੀਂ ਵੇਖ ਲੋ ਸੰਗਤ ਨੂੰ ਸਾਧ ਸੰਗਤ ਜੀ ਪਤਾ ਕਿ ਕਥਾ ਕਰਾਉਣ ਵਾਲੇ ਤੇ ਉਹ ਆਪ ਹੀ ਨੇ। ਸਾਰੀ ਵਡਿਆਈ ਸੰਗਤ ਦੀ, ਦਿੰਦੀ ਵੀ ਸਾਰਾ ਕੁਝ ਸੰਗਤ, ਗੂੰਗਿਆਂ ਦੇ ਕੋਲੋਂ ਅਰਥ ਵੀ ਸੰਗਤ ਹੀ ਕਰਾਉਂਦੀ, ਆਪ ਹੀ ਸੰਗਤ ਸਾਰੀਆਂ ਬਖਸ਼ਿਸ਼ਾਂ ਕਰ ਦਿੰਦੀ ਤੇ ਫਿਰ ਸੰਗਤ ਵਡਿਆਈਆਂ ਵੀ ਦਿੰਦੀ ਹੈ ਔਰ ਪਤਾ ਵੀ ਨਹੀਂ ਸੰਗਤ ਨੂੰ। ਇਹ ਮਹਾਰਾਜ ਦੇ ਘਰ ਦੀ ਮਹਿਮਾ ਹੀ ਹੈ ਨਾ ਭਾਈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰੀ ਜਿਹੜੀ ਸੰਗਤ ਹੈ, ਮੇਰਾ ਜਿਹੜਾ ਪੰਥ ਹੈ ਇਹ ਬੱਦਲ ਦੀ ਤਰ੍ਹਾਂ ਹੈ। ਬਾਰਿਸ਼ ਵੀ ਕਰਦਾ ਤੇ ਕਿੱਥੋਂ ਉਤੋਂ ਆਣ ਕੇ ਦੇਖ ਲੋ ਨੀਵਾਂ ਹੋ ਕੇ ਬਾਰਿਸ਼ ਕਰਦਾ। ਧੰਨ ਹੈ ਗੁਰੂ ਕੀ ਸਾਧ ਸੰਗਤ ਭਾਈ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਦੋਏ ਸਮੈ ਧਰਮਸ਼ਾਲਾ ਜਾਵੋ। ਗਰੀਬ ਨਿਵਾਜ ਮਹਾਰਾਜ ਕਹਿੰਦੇ 2 ਸਮੇਂ ਧਰਮਸ਼ਾਲਾ ਜਾਣਾ, ਸਵੇਰੇ ਵੀ ਜਾਇਆ ਕਰੋ, ਸ਼ਾਮ ਨੂੰ ਵੀ ਸਮਾਂ ਕੱਢ ਕੇ ਮੱਥਾ ਟੇਕਿਆ ਕਰੋ। ਪੂਰਬ ਦਿਵਸ ਗੁਰ ਦੇਖਣ ਆਵੋ। ਜਦੋਂ ਪੁਰਬ ਆਦਿਕ ਦਾ ਦਿਨ ਹੋਵੇ, ਵਿਸਾਖੀ ਆਦਿਕ ਹੋਵੇ, ਦੀਵਾਲੀ ਆਦਿਕ,
ਉਦੋਂ ਮਹਾਰਾਜ ਦਾ ਦਰਸ਼ਨ ਪਾਉਣਾ ਜਾ ਕੇ। ਦੀਪਮਾਲ ਬੈਸਾਖੀ ਜਾਨ, ਮਹਾਰਾਜ ਕਹਿੰਦੇ ਦੀਵਾਲੀ ਹੋਵੇ, ਵਿਸਾਖੀ ਗੁਰਪੁਰਬ ਹੋਵੇ, ਆਨ ਸੁਧਾਸਰ ਕਰਹੁ ਸਨਾਨ। ਕਹਿੰਦੇ ਸੁਦਾਸਰ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰੋ ਆਣ ਕੇ ਭਾਈ। ਪੁਰ ਸੁਲਤਾਨ ਮੇਲ ਸਿੱਖ ਭਾਰਾ, ਕਹਿੰਦੇ ਸੁਲਤਾਨਪੁਰ ਵਿੱਚ ਬਹੁਤ ਭਾਰੀ ਗੁਰਸਿੱਖਾਂ ਦਾ ਮੇਲ ਸੀਗਾ। ਕਰਿਓ ਗੁਰੂ ਨੇ ਭਗਤ ਭੰਡਾਰਾ, ਮਹਾਰਾਜ ਨੇ ਬੜੇ ਭਗਤੀ ਦੇ ਭੰਡਾਰੇ ਭਰੇ। ਸੁਲਤਾਨਪੁਰ ਗੁਰੂ ਅਮਰਦਾਸ ਮਹਾਰਾਜ, ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬੜਾ ਵਰਸਾਇਆ। ਦੀਪਾ ਹੁਤੋ ਕਾਸਰਾ ਰੂਰ, ਕਹਿੰਦੇ ਭਾਈ ਦੀਪਾ ਜੀ ਸਾਹਿਬ ਕਾਸਰਾ ਇਹਨਾਂ ਦਾ ਗੋਤ ਹੈ। ਸ੍ਰੀ ਅਰਜਨ ਕੇ ਰਹਿਤ ਹਜੂਰ, ਇਹ ਮਹਾਰਾਜ ਦੇ ਪਾਸ ਰਹਿੰਦੇ ਸਨ। ਸੇਵਾ ਕਰਹਿ ਸਰਬ ਪ੍ਰਕਾਰ, ਹਰ ਪ੍ਰਕਾਰ ਮਹਾਰਾਜ ਦੀ ਸੇਵਾ ਕਰਦੇ ਹੈ। ਜੋ ਸਿੱਖ ਆਏ ਗੁਰੂ ਦਰਬਾਰ, ਸਤਿਗੁਰਾਂ ਦੀ ਤਾਂ ਸੇਵਾ ਕਰਦੇ, ਗੁਰਸਿੱਖਾਂ ਦੀ ਵੀ ਕਰਦੇ ਹਨ। ਉੱਤਮ ਭੋਜਨ ਕਰ ਅਛੁਆਵੈ, ਸੋਹਣੇ ਸੋਹਣੇ ਭੋਜਨ ਤਿਆਰ ਕਰਕੇ ਸਤਿਗੁਰੂ ਔਰ ਸਿੱਖਾਂ ਨੂੰ ਛਕਾਉਂਦੇ। ਤਿਨ ਕੀ ਝੂਠ ਆਪ ਲੇਖਾਵੈ, ਤੇ ਜਿਹੜਾ ਮਗਰੋਂ ਬਚਦਾ ਹੈ ਸੋ ਥਾਲ ਜਿਹੜਾ ਵੱਡੇ ਭਾਂਡੇ ਵਿੱਚ ਜਿਹੜਾ ਬਚ ਜਾਂਦਾ ਸਾਧ ਸੰਗਤ ਜੀ, ਉਹਨੂੰ ਵੀ ਝੂਠਾ ਹੀ ਸਮਝਿਆ ਜਾਂਦਾ। ਜਗੈ ਸੇਖ ਮਨ ਭੁਗਤ ਸੇਖ ਵਾਰਹਿ, ਦੋਏ ਭੋਜਨ ਗ੍ਰੰਥਾਂ ਵਿੱਚ ਬਚਨ ਆਉਂਦੇ। ਗੁਰਸਿੱਖਾਂ ਨੂੰ ਖਵਾਏ ਕੇ ਪਿੱਛੋਂ ਬਚਿਆ ਆਪ ਖਵਾਉਂਦਾ। ਉਹ ਬੜਾ ਪਵਿੱਤਰ ਭੋਜਨ ਹੈ ਜਿਹੜਾ ਥਾਲ ਵਿੱਚ ਬਚਿਆ, ਉਹ ਨਹੀਂ ਸਾਧ ਸੰਗਤ ਜੀ ਕਹਿ ਰਹੇ, ਕਿਉਂਕਿ ਥਾਲ ਵਿੱਚ ਬਚਾਉਣਾ ਗੁਰੂ ਘਰ ਦੀ ਪਰੰਪਰਾ ਨਹੀਂ। ਉਹਨਾਂ ਕੁ ਭੋਜਨ ਲਓ ਜਿੰਨਾ ਕਿ ਛਕਣਾ, ਝੂਠਾ ਨਹੀਂ ਛੱਡਣਾ ਚਾਹੀਦਾ। ਮਤਲਬ ਵੱਡੇ ਭਾਂਡੇ ਜਿਹਦੇ 'ਚ ਬਣਾਇਆ ਜਾਂ ਜਿਹਦੇ 'ਚ ਵਰਤਾ ਰਹੇ ਆ, ਉਹ ਬਚਿਆ ਹੋਇਆ ਗੁਰਸਿੱਖ ਛਕਦੇ ਹਨ। ਸਿੱਖਣ ਕੇ ਭਗਤ ਹੋਵਨ ਕਰੈ, ਗੁਰਸਿੱਖਾਂ ਦੇ ਚਰਨ ਧੁੰਦਾ ਭਾਈ। ਥਕਤ ਹੋਏ ਤਿਸ ਚਾਪੀ ਭਰੈ, ਥੱਕ ਜਾਂਦੇ ਮੁੱਠੀ ਚਾਪੀ ਕਰਦੇ, ਮਾਲਿਸ਼ ਕਰਦੇ। ਨਗਨ ਦੇਖ ਕਰ ਬਸਤਰ ਉਡਾਵੈ, ਜੇ ਕੋਈ ਨਗਨ ਹੁੰਦਾ ਤਾਂ ਬਸਤਰ ਭੇਟਾ ਕਰਦੇ। ਚਰਚਾ ਗੁਰੂ ਸ਼ਬਦ ਨਿਤ ਭਾਵੈ, ਗੁਰੂ ਸ਼ਬਦ ਦੀ ਕਥਾ ਕਰਦੇ ਭਾਈ ਦੀਪਾ ਜੀ। ਸ੍ਰੀ ਅਰਜਨ ਪ੍ਰਸੰਨ ਹਵੈ ਕਹਿਓ, ਇੱਕ ਸਮੇਂ ਮਹਾਰਾਜ ਨੇ ਪ੍ਰਸੰਨ ਹੋ ਕੇ ਬਚਨ ਆਖਿਆ। ਦੀਪ ਪ੍ਰਕਾਸ਼ ਦੀਪ ਤੇ ਮਹਾਰਾਜ ਕਹਿੰਦੇ ਲਹਿਓ, ਭਾਈ ਦੀਪਿਆ ਤੂੰ ਦੀਵੇ ਵਾਂਗੂ ਪ੍ਰਕਾਸ਼ ਹੋ ਗਿਆ। ਅੰਧਕਾਰ ਕੋ ਹੋਤ ਬਿਨਾਸ਼, ਤੇਰੇ ਹਿਰਦੇ ਦਾ ਅੰਧਕਾਰ ਨਾਸ਼ ਹੋ ਗਿਆ, ਤੂੰ ਬ੍ਰਹਮ ਗਿਆਨੀ ਹੋਇਆ। ਤਿਮ ਦੀਪੇ ਕੋ ਗਿਆਨ ਕਹਿੰਦੇ ਪ੍ਰਕਾਸ਼, ਜਿਵੇਂ ਦੀਵੇ ਦੇ ਨਾਲ ਪ੍ਰਕਾਸ਼ ਹੁੰਦਾ, ਐਵੇਂ ਕੋਟ ਸੂਰ ਨਾਨਕ ਪ੍ਰਕਾਸ਼ ਹਿਰਦੇ ਵਿੱਚ ਹੋਇਆ। ਹਮਨੇ ਇਹ ਦੀਪਕ ਸਮ ਕਰਿਓ, ਮਹਾਰਾਜ ਕਹਿੰਦੇ ਭਾਈ ਦੀਪੇ ਨੂੰ ਅਸੀਂ ਦੀਵੇ ਵਾਂਗੂ ਪ੍ਰਕਾਸ਼ ਕਰ ਦਿੱਤਾ, ਦੀਪ ਹੋ ਗਿਆ ਇਹ। ਜੋ ਇਸ ਮਿਲੈ ਸੋ ਨਿਸਚੈ ਤਰਿਓ, ਕਹਿੰਦੇ ਜੋ ਇਹਨੂੰ ਮਿਲੇਗਾ ਉਹ ਵੀ ਤਰ ਜਾਵੇਗਾ ਭਾਈ। ਇਸ ਪ੍ਰਕਾਰ ਜਿਨ ਸੇਵ ਕਮਾਈ, ਇਸ ਪ੍ਰਕਾਰ ਜਿਨ੍ਹਾਂ ਨੇ ਮਹਾਰਾਜ ਦੀ ਸੇਵਾ ਕਰੀ ਹੈ, ਸੋ ਨਿਸਤਰੇ ਗੁਰੂ ਸਰਨਾਈ। ਕਹਿੰਦੇ ਉਹ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਨਿਸਤਰੇ, ਉਹਨਾਂ ਦਾ ਭਲਾ ਹੋਇਆ। ਇੱਥੇ ਪ੍ਰਸੰਗ ਪੂਰਾ ਹੋਇਆ, ਸਮਾਂ ਵੀ ਪੂਰਾ ਹੋਇਆ, ਕਥਾ ਵੀ ਸਮਾਪਤ ਹੋਈ। ਲੇਖੈ ਗਣਤ ਨਾ ਛੂਟੀ ਹੈ, ਕਾਚੀ ਭੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਹਮਨੇ ਇਹ ਦੀਪਕ ਸਮ ਕਰਿਓ, ਜੋ ਇਸ ਮਿਲੈ ਸੋ ਨਿਸਚੈ ਤਰਿਓ। ਇਸ ਪ੍ਰਕਾਰ ਜਿਨ ਸੇਵ ਕਮਾਈ, ਸੋ ਨਿਸਤਰੇ ਗੁਰੂ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।